इस करके असं ये भी नहीं चाहते कि पार्टी का नुकसान हो, असं ये भी नहीं चाहते कि समरवीर के नाल इन्ना बड़ा धक्का हो कि लाखों रुपए के खर्च करा के परसों चौथे तक तो सारा कहता। सतिंदर जैन जी आए थे तो उन्होंने आदि बिल्डिंग के गल कही कि इन्ना बड़ा कट दिल्ली के इन्ने बड़े व्यापारी मेरे को भी नहीं कल आए, मेरे कट के शामिल नहीं हुए। तो फिर किसी न किसी जी गल है ये दुखदाई है। हाई कमान को इस मामले का जल्दी हल करना चाहिए ताकि ये किसी बड़ा पापर ना बन जाए। इन्ना ही कहता असी सारे दोस्तों को बेनती करते हैं कि ठरदे च रहो। कार के फैसले किए जोड़े वो बड़े बड़े नुकसान करते हैं। तो पार्टी हार कमान भी इस गल की बेनती है कि हाथ पे हाथ धर के ना बैठी रहे, क्योंकि अबोर का मामला सी वो भी पार्टी हाईकमान ने आके नहीं सुधारिया। फाजिलका का मामला है तो पार्टी हाईकमान ने इस तरह ही लोगों को इकट्ठे करके उन्होंने राय लैके इन्हें सारे की सरसब्जी बना के फिर कैंडीडेट को ऐलान करना चाहिए। इस करके जो रिव्यू करना बनता है तो फिर रिव्यू जरूर किया जाए, किसी ने धक्का ना हो। इन्हें कहता है मैं अपनी बाणी को विराम देगा और बेनती करते हैं भी आप ठरमे के रह के और समरवीर जी ने इस गल के नाल असी पूरी तरह सपोर्ट करते हैं कि इन्होंने नाल बहुत धन्यवाद अंकल भजन जी का। एक मेरी दो भी मेरे भाई इतने खड़े थोड़ा अगे आ जाए। बहुत बहुत धन्यवाद सारे। एक साइड दो, एक साइड दो। ਅੱਜ ਦੀ ਇਸ ਹਾਜ਼ਰੀ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਪਿਛਲੇ 8 ਸਾਲਾਂ ਦੀ ਜੋ ਮੇਰਾ ਸਿਆਸੀ ਸਫ਼ਰ ਹੈ ਉਹਦੇ ਦੌਰਾਨ ਮੇਰੇ ਨਾਲ ਚੱਟਾਨ ਵਾਂਗੂ ਖੜੇ ਮੇਰੇ ਵਰਕਰ ਸਾਥੀਓ, ਸਾਰਿਆਂ ਨੂੰ ਮੇਰੇ ਵੱਲੋਂ ਰਾਮ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਤੋਂ ਪਹਿਲਾਂ ਬੋਲਦਿਆਂ ਸਾਰੇ ਬੁਲਾਰਿਆਂ ਨੇ ਤੁਹਾਨੂੰ ਅੱਜ ਦੇ ਵਿਸ਼ੇ ਬਾਰੇ ਦੱਸਿਆ। ਜਦੋਂ ਦੀ ਕੱਲ ਦੀ ਅਨਾਉਂਸਮੈਂਟ ਹੋਈ ਹੈ ਜਾਂ ਉਸ ਤੋਂ ਪਹਿਲਾਂ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਸੀ। ਤੁਸੀਂ ਸਾਰੇ ਸਾਥੀਆਂ ਨੇ ਮੈਨੂੰ ਵਾਰ-ਵਾਰ ਫੋਨ ਕਰ ਕਰਕੇ मेरे नाल हमदर्दी जताई है ते मैनूं हौसला दिता है। ये थोड़े सारा का साथ है, प्यार है जो अज मैं इन्हें हौसले विच तुहाडे सामने गलबात कर रहा है। सो 2014 दे विच मैं आपदा सियासी सफर शुरू किया सा। मेरे माता जी ने तुहानूं दस्सिया भी परिवार दे विच साडे विच किहो जिहियां दुर्घटनावां होईयां, किन्ने सानूं घाटे पए है। पर मेरी एक सोच सी जदों आम आदमी पार्टी की शुरुआत हुई, मेरा जी किया भी ये बंदे बहुत सही गल कर रहे हैं। ये वाकई बदल देंगे सिस्टम में। आम लोगों को संघर्ष चों निकली पार्टी सी
ਆਮ ਲੋਕ ਇਹਦੇ ਵਿੱਚ ਲੀਡਰ ਸੀ ਤੇ ਮੈਂ ਵੀ ਕੋਈ ਪਾਰਟੀ ਦੇ ਕਿਸੇ ਵੱਡੇ ਲੀਡਰ ਤੋਂ ਟਾਈਮ ਲੈ ਕੇ ਗੱਲ 'ਚ ਵਰਨਾ ਨਹੀਂ ਪਵਾਇਆ ਸੀਗਾ। ਜਿਸ ਤਰ੍ਹਾਂ ਤੁਸੀਂ ਸਾਰੇ ਸਾਥੀਆਂ ਨੇ 10 ਰੁਪਏ ਦੇ ਕੇ ਫਾਰਮ ਭਰਿਆ ਸੀ ਜਾਂ ਕਈ ਥਾਵਾਂ ਤੇ ਤਾਂ ਇਕੱਲਾ ਫਾਰਮ ਹੀ ਭਰਿਆ ਸੀਗਾ ਆਪਾਂ, ਉਸ ਤਰ੍ਹਾਂ ਦੀ ਮੈਂਬਰਸ਼ਿਪ ਲਈ ਸੀ ਕਿਉਂਕਿ ਮੈਂ ਆਮ ਇਨਸਾਨ ਸੀ, ਮੈਂ ਕੋਈ ਲੀਡਰ ਨਹੀਂ ਸੀਗਾ। ਜੋ ਕੁਝ ਵੀ ਮੈਨੂੰ ਬਣਾਇਆ ਅੱਜ ਇਹਨਾਂ ਨੇ ਬਣਾਇਆ, ਤੁਸੀਂ ਸਾਰਿਆਂ ਨੇ ਬਣਾਇਆ। ਟਿਕਟ ਸ਼ਬਦ ਜਿੰਨੇ ਵੀ ਮੇਰੇ ਨਾਲ ਸਾਥੀ ਰਹਿੰਦੇ ਆ ਉਹ ਜਾਣਦੇ ਆ, ਮੇਰੇ ਮੂੰਹ ਚੋਂ ਕਦੇ ਨਹੀਂ ਨਿਕਲਿਆ। ਚਾਹੇ 2017 ਦੀ ਚੋਣ ਹੋਵੇ ਚਾਹੇ ਹੋਣ ਵਾਲੀ ਚੋਣ ਹੋਵੇ। ਜਦੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਕੋਈ ਬਹੁਤਾ ਵੱਡਾ ਪਰਿਵਾਰ ਨਹੀਂ ਸੀ ਫਾਜ਼ਿਲਕਾ ਦੇ ਵਿੱਚ। ਮੈਂ ਤੇ ਮੇਰੇ ਇੱਕ ਦੋਸਤ ਨਾਲ ਹੁੰਦੇ ਸੀ। ਮੇਰਾ ਆੜਤ ਦਾ ਕੰਮ ਸੀ ਮੰਡੀ ਦੇ ਵਿੱਚ। ਸੁਬਾਹ ਮੈਂ ਆਪਦਾ ਕੰਮ ਦੇਖਣਾ, ਘੰਟਾ 2 ਉੱਥੇ ਲਾਉਣੇ। ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ ਨਾਲ ਲੈਣਾ, ਕਦੇ ਕਿਸੇ ਪਿੰਡ ਜਾਂਦੇ ਸੀ ਕਦੇ ਕਿਸੇ ਪਿੰਡ ਜਾਂਦੇ ਸੀ। ਜਿਵੇਂ ਜਿਵੇਂ ਕੋਈ ਦੱਸ ਪਾਉਂਦਾ ਸੀ ਯਾਰ ਆਹ ਬੰਦਾ ਬੜਾ ਵਧੀਆ, ਇਹਦੀ ਬੜੀ ਵਧੀਆ ਪਿੰਡ 'ਚ ਚਰਚਾ ਹੈ, ਸ਼ਰੀਫ ਆਦਮੀ ਹੈ, ਇਹ ਤੁਹਾਡੇ ਨਾਲ ਰਲ ਸਕਦਾ। ਹਰ ਉਸ ਬੰਦੇ ਤਾਈਂ ਪਹੁੰਚ ਕੀਤੀ। ਹੌਲੀ ਹੌਲੀ ਪਰਿਵਾਰ ਵੱਡਾ ਖੜਾ ਕੀਤਾ ਆਪਦਾ। ਲੋਕ ਹੱਸਦੇ ਵੀ ਸੀ, ਉਹ ਇਹਨਾਂ ਦਾ ਕੁਝ ਨਹੀਂ ਵਟਿਆ ਜਾਣਾ, ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੂੰ। ਪਰ ਇੱਕ ਨਿਸ਼ਚਾ ਸੀ ਵੀ ਨਹੀਂ, ਇਹਨਾਂ ਨੂੰ ਇੱਕ ਮੌਕਾ ਤਾਂ ਦੇਣਾ ਬਣਦਾ ਹੈ। 2017 ਦੀ ਚੋਣ ਆਈ, ਮੈਨੂੰ ਬੁਲਾਇਆ ਗਿਆ। ਉਮਰ ਮੇਰੀ ਐਡੀ ਛੋਟੀ ਸੀ। ਮੈਨੂੰ ਪੁੱਛਿਆ ਵੀ ਤੁਸੀਂ ਇਲੈਕਸ਼ਨ ਲੜਨ ਦੇ ਕਾਬਿਲ ਹੋ ਗਏ ਜੀ, ਤੁਹਾਡੀ ਉਮਰ ਛੋਟੀ ਹੈ। ਮੈਂ ਕਿਹਾ ਜੀ ਅੱਜ ਤਾਂ ਮੈਂ ਕਾਬਿਲ ਨਹੀਂ, ਪਰ ਜਦੋਂ ਚੋਣ ਆਊਗੀ ਉਦੋਂ ਮੈਂ 25 ਸਾਲਾਂ ਤੋਂ ਉੱਪਰ ਦਾ ਹੋ ਜਾਊਗਾ। ਮੈਨੂੰ ਮੌਕਾ ਦਿੱਤਾ ਗਿਆ, ਮੈਂ ਇਲੈਕਸ਼ਨ ਲੜਿਆ, ਪੂਰਾ ਜ਼ੋਰ ਲਾਤਾ ਆਪਦਾ, ਜਿੰਨੇ ਜੋਗੇ ਸੀਗੇ। ਪੂਰੇ ਪਰਿਵਾਰ ਨੇ, ਸਾਰੇ ਤੁਸੀਂ ਸਾਰੇ ਸਾਥੀਆਂ ਨੇ। ਨਤੀਜਾ ਆ ਗਿਆ, ਆਪਾਂ ਇਲੈਕਸ਼ਨ ਹਾਰ ਗਏ, ਪਰ ਮਨ ਵਿੱਚ ਇੱਕ ਤਸੱਲੀ ਸੀ ਵੀ ਸੱਚ ਦੀ ਲੜਾਈ ਲੜੇ ਆ। ਕੋਈ ਇਹਨਾਂ ਰਵਾਇਤੀ ਪਾਰਟੀਆਂ ਤਰ੍ਹਾਂ ਬਲ ਦਾ, ਪੈਸੇ ਦਾ, ਸ਼ਰਾਬ ਦਾ ਇਸਤੇਮਾਲ ਨਹੀਂ ਕੀਤਾ। ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਫਾਜ਼ਿਲਕਾ ਜ਼ਿਲ੍ਹੇ ਦਾ। ਬਹੁਤ ਮਾੜਾ ਵਕਤ ਸੀ, ਕੋਈ ਜ਼ਿਲ੍ਹਾ ਪ੍ਰਧਾਨ ਲੱਗਦਾ ਨਹੀਂ ਸੀ ਉਦੋਂ। ਪਰ ਤੁਸੀਂ ਸਾਰੇ ਮੇਰੇ ਨਾਲ ਸੀ। ਉਹ ਜ਼ਿੰਮੇਵਾਰੀ ਪੂਰੀ ਕੀਤੀ। 2019 ਦੀ ਚੋਣ ਆਈ, ਕੋਈ ਬਹੁਤ ਵਧੀਆ ਹੁੰਗਾਰਾ ਨਹੀਂ ਆਪਾਂ ਨੂੰ ਮਿਲਿਆ, ਪਰ ਫਿਰ ਵੀ ਪਾਰਟੀ ਦੇ ਨਾਲ ਖੜੇ ਰਹੇ। ਹਰ ਵਾਰੀ ਹਰ ਇਲੈਕਸ਼ਨ ਵੇਲੇ, 19 ਦੇ ਇਲੈਕਸ਼ਨ ਵੇਲੇ ਵੀ ਫੋਨ ਆਏ ਦੂਜੀਆਂ ਪਾਰਟੀਆਂ ਵਾਲਿਆਂ ਦੇ ਵੀ ਕਾਕਾ ਜੀ ਇੱਧਰ ਆ ਜਾਓ, ਮਾਣ ਸਤਿਕਾਰ ਤੁਹਾਨੂੰ ਦਿਆਂਗੇ। ਉਦੋਂ ਤਾਂ ਕਦੇ ਨਹੀਂ ਲੱਗਿਆ ਸੀਗਾ ਵੀ 2022 ਦੇ ਵਿੱਚ ਇਹੋ ਜਿਹਾ ਮਾਹੌਲ ਬਣ ਜਾਊਗਾ। ਉਦੋਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ 2017 ਵਰਗਾ ਮਾਹੌਲ ਵੀ ਦੁਬਾਰਾ ਕਦੇ ਬਣੂਗਾ। ਪਰ ਆਪਦੇ ਸਟੈਂਡ ਤੇ ਪੱਕੇ ਸੀ ਵੀ ਨਹੀਂ ਯਾਰ, ਜਿੱਥੇ ਹੈਗੇ ਇੱਥੇ ਹੀ ਰਵਾਂਗੇ। ਵੀਹ ਦੀ ਦਿੱਲੀ ਦੀ ਚੋਣ ਆਈ, ਵਧੀਆ ਹੁੰਗਾਰਾ ਮਿਲਿਆ, ਬਹੁਤ ਵੱਡੇ ਬਹੁਮਤ ਨਾਲ ਸਰਕਾਰ ਬਣਾਈ। ਪੰਜਾਬ ਵਿੱਚ ਵੀ ਉਹਦੀ ਚਰਚਾ ਹੋਈ। ਬਹੁਤ ਸਾਰੇ ਸਾਥੀਆਂ ਨੇ ਪਾਰਟੀ ਜੁਆਇਨ ਕਰਨੀ ਸ਼ੁਰੂ ਕਰਤੀ। ਮੇਰੇ ਤੋਂ ਪਾਰਟੀ ਪੁੱਛਦੀ ਸੀ ਵੀ ਇਹਨਾਂ ਨੂੰ ਲੈ ਲਈਏ, ਤੁਹਾਨੂੰ ਤਾਂ ਕੋਈ ਇਤਰਾਜ਼ ਨਹੀਂ। ਮੈਂ ਇੱਕੋ ਗੱਲ ਕਹਿੰਦਾ ਸੀਗਾ ਵੀ ਤੁਸੀਂ ਪਾਰਟੀ ਦੇ ਵਰਕਰਾਂ ਨੂੰ ਪੁੱਛ ਲਓ, ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਸਾਰੇ ਸਾਥੀ ਆਈ ਗਏ। ਪਰਿਵਾਰ ਨੂੰ ਅਸੀਂ ਵੀ ਵੱਡਾ ਕੀਤਾ, ਮਿਹਨਤ ਕਰਦੇ ਰਹੇ, ਉਸੇ ਤਰ੍ਹਾਂ ਪਿੰਡਾਂ 'ਚ ਜਾਂਦੇ ਰਹੇ।
ਅੱਜ ਤੋਂ ਠੀਕ 5 ਮਹੀਨੇ ਪਹਿਲਾਂ ਮੈਨੂੰ ਫੋਨ ਆਇਆ ਵੀ ਤੁਹਾਡੀ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੈ। ਮੈਂ ਕਿਹਾ ਜੀ ਮੈਨੂੰ ਦੱਸੋ ਵੀ ਕਿਸ ਵਿਸ਼ੇ ਤੇ ਹੈ, ਕੋਈ ਫਾਜ਼ਿਲਕਾ ਦੀ ਕੋਈ ਡਿਟੇਲ ਲੈਣੀ ਹੈ, ਕੋਈ ਡਾਕੂਮੈਂਟ, ਕੋਈ ਕਾਗਜ਼ ਪੱਤਰ ਮੈਂ ਲੈ ਕੇ ਆਵਾਂ, ਕੋਈ ਡਾਟਾ ਲੈ ਕੇ ਆਵਾਂ। ਮੈਨੂੰ ਕਿਹਾ ਕਿ ਨਹੀਂ ਜੀ ਤੁਹਾਨੂੰ ਉੱਥੇ ਹੀ ਦੱਸਣਗੇ, ਤੁਸੀਂ ਉੱਥੇ ਜਾਓ। ਮੈਂ ਚਲਾ ਗਿਆ, ਮੈਨੂੰ ਫਾਜ਼ਿਲਕਾ ਹਲਕੇ ਬਾਰੇ ਪੁੱਛਿਆ। ਮੈਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਹਲਕਾ ਇੰਚਾਰਜ ਅਸੀਂ ਤੁਹਾਨੂੰ ਲਾਉਣ ਲੱਗੇ ਹਾਂ, ਸਾਰਾ ਹਲਕਾ ਤੁਹਾਡੇ ਅਧੀਨ ਹੋਊਗਾ, ਤੁਸੀਂ ਹਲਕਾ ਚਲਾਓਗੇ। ਮੈਂ ਕਿਹਾ ਜੀ ਠੀਕ ਹੈ, ਜੋ ਸਿਰ ਮੱਥੇ ਜੋ ਹੁਕਮ ਲਾਓਗੇ ਮੇਰੇ ਸਿਰ ਮੱਥੇ। ਅਨਾਉਂਸਮੈਂਟ ਹੋ ਗਈ, ਬੜਾ ਵਧੀਆ ਉਤਸ਼ਾਹ ਸੀ ਤੁਸੀਂ ਸਾਰਿਆਂ ਨੇ। ਆਪਾਂ ਹੋਰ ਜ਼ੋਰ ਸ਼ੋਰ ਨਾਲ ਕੰਮ ਸ਼ੁਰੂ ਕਰਤਾ। ਪਾਰਟੀ ਸਾਰੇ ਕੰਮ ਆਪਾਂ ਨੂੰ ਦਿੰਦੀ ਸੀ ਵੀ ਹੁਣ ਆਹ ਕਰ ਦਿਓ ਜੀ, ਹੁਣ ਆਹ ਕਰ ਦਿਓ ਜੀ। ਇੱਥੋਂ ਤੱਕ ਕਿ ਸਾਰੇ ਅਬਜ਼ਰਵਰ ਸੀਗੇ, ਉਹ ਗੱਲ ਕਹਿੰਦੇ ਸੀਗੇ ਤੁਸੀਂ ਚੋਣ ਲੜਨੀ ਹੈ ਜੀ, ਚੋਣ ਦੀ ਤਿਆਰੀ ਕਰੋ। ਜਿਵੇਂ ਇਹਨਾਂ ਨੇ ਬੰਦੇ ਰੱਖੇ ਉਹ ਹਿੰਦੀ ਚ ਬੋਲਦੇ ਆ, ਭਾਈ ਸਾਹਿਬ खर्च दो पैसे, ये मौका है, सब कुछ आप ही हो, बताओ किसको अहदे देने हैं। बहुत वधिया हुंगारा मिलना शुरू हो गया। पिछे जे कुछ दिन पहला जिथे पार्टी कहती सी उत्थे रैलियां भी करते सी, बहुत तगड़े तगड़े इकट्ठ ले जाते रहे हैं। ये सारे अपने सारे साथी तुसीं जानते हो कि जिन्नियां पार्टी कहती सी इन्ना इकट्ठ लैके आओ उन्ना ही लैके जाते सी, कदे कसर नहीं छड्डी सी, कोई कमी नहीं छड्डी। जिन्नियां मुहिमां चलियां, चाहे वो पहली गारंटी की मुहिम होवे, चाहे दूजी गारंटी की होवे, चाहे तीजी गारंटी की होवे, हर मुहिम दे विच फाजिलका अपनी लोक सभा दे विच दूजे नंबर ते या तीजे नंबर ते किते पहले नंबर ते रही है, किते आपां पिछे नहीं रहे कदे। ये इन्हां दा रिकॉर्ड बोलदा है, मैं नहीं बोल रहा, तुसीं रिकॉर्ड चेक कर सकदे हो इन्हां दा। पिछे जे मंत्री साहब आए, मेरे तो पहला बोलते अंकल जी बोल भी गए भी की कुछ कितनी वधिया गलबात करके कितनी प्रशंसा करके गए अपनी। गल्लां गल्लां जो ये भी कह गए भी ये समरवीर है, पिछली बारी भी चोण लड़िया सीगा, तुसीं कोई कमी छड्डती ते इस बारी कोई कमी ना रह जे इस गल दे विच। उस तो अगले दिन पता नहीं की होया, अंकल जी इस गल वाल इशारा भी कर गए हैं मेरे तो पहला बोलदे आ। मैनू फोन आ जाता भगवंत मान जी का भी भाई जाति समीकरण करके असीं थोड़ी टिकट बदल रहे हैं। मैं कहा जी मैनू मौका तो दे दो सुनन दा, मैनू वाला पक्ष रखण दिओ, की तुहाडे कोल सर्वे है मैनू दसो। कहते नहीं ये फैसला हो गया, कहो तो मैं राघव चड्डा जी नाल भी थोड़ी गल करा दिना, उन्हां नाल गल कर लो। मैनू फोन ते गल कह दी गई भी असीं लिस्ट कड्ढण लगे हैं। तुसीं देखो भी इन्नी देर की मेहनत ते भगवंत मान जी मैनू फोन करके कह रहे हैं भी तेरी भाई टिकट कट्टी गई, तो टिकट 15 मिनटां च आउण लगी है होर बंदे दी। उत्थे मेरे नाल की होया होगा, की बीतया होगा मेरे ते। मैं किसी पिंड विच सुबह सुबह किसी साथी नूं मिलण गया होया सी, पर मैं आपदा आपा संभालिया। मैं फोन किया 2-4 साथियों, मैं कहा मैनू सुनता लो, मेरी गल तो मैनू पक्ष तो मैंने रख लैण दो, मैनू दसता दिओ मेरे च कमी कित्थे है। कह कवा के मैनू केजरीवाल साहब का टाइम मिल गया। उत्थे भगवंत मान जी भी बैठे सी। मैं हर गल दलील नाल रखी, पिछला मैं रिकॉर्ड भी लैके गया भी आह गल है जी, पिछली बारी आह इन्नी वोट सी, इस बंदे नूं इन्नी पई, इस नूं इन्नी पई। भी बरादरी का कोई चक्कर ही नहीं है साडे इत्थे, सारे असीं फाजिलका की तरक्की चाहुंदे हैं। तुसीं ये दसो भी मैं बंदा गलत है, मेरे बारे तुहानूं कोई गलत गल कहंदा, मेरे च कोई कमी है, मैनूं दसो। फिर यह भी गल है
ਵੀ ਜਦੋਂ ਮੈਨੂੰ ਹਲਕਾ ਇੰਚਾਰਜ ਲਗਾਇਆ ਗਿਆ ਸੀ ਉਦੋਂ ਵੀ ਤਾਂ ਬਰਾਦਰੀ ਇੱਥੇ ਹੀ ਬੈਠੇ ਸੀ, ਕੋਈ 4 ਦਿਨ ਪਹਿਲਾਂ ਤਾਂ ਆ ਕੇ ਬੈਠੇ ਸੀ। ਉਦੋਂ ਵੀ ਇਹੀ ਸਭ ਸਾਥੀ ਟਿਕਟ ਦੀ ਦੌੜ ਵਿੱਚ ਸੀਗੇ। ਅੱਜ ਅਚਾਨਕ ਫਿਰ ਕੀ ਹੋ ਗਿਆ ਹੈ? ਫਿਰ ਮੈਂ ਇਹ ਗੱਲ ਵੀ ਆਖੀ ਵੀ ਸਭ ਤੋਂ ਵੱਧ ਬਰਾਦਰੀ ਜਲਾਲਾਬਾਦ ਹਲਕੇ ਵਿੱਚ ਬੈਠੀ ਹੈ, ਉੱਥੇ ਕੋਈ ਹੋਰ ਬੰਦਾ ਰਾਜਸੀ ਕੈਂਡੀਡੇਟ ਇਲੈਕਸ਼ਨ ਵੀ ਨਹੀਂ ਲੜ ਰਿਹਾ। ਮੈਂ ਕਿਹਾ ਤੁਸੀਂ ਉੱਥੇ ਲੜ ਲਓ। ਮਹਿੰਦਰ ਖਜੂਰਾ ਜੀ ਉੱਥੇ ਇੰਨੀ ਮਿਹਨਤ ਕਰ ਰਹੇ ਆ, ਉਹਨਾਂ ਨੇ ਬਾਈ ਇਲੈਕਸ਼ਨ ਵੇਲੇ ਜਦੋਂ ਕੋਈ ਬੰਦਾ ਤਿਆਰ ਨਹੀਂ ਸੀ, ਜਦੋਂ ਇੰਨਾ ਮਾੜਾ ਸਮਾਂ ਸੀ, ਮਹਿੰਦਰ ਸਿੰਘ ਖਜੂਰਾ ਜੀ ਨੇ ਉਦੋਂ ਪਾਰਟੀ ਦਾ ਹੁਕਮ ਮੰਨਿਆ ਤੇ ਇਲੈਕਸ਼ਨ ਲੜਿਆ। 10,000 ਵੋਟ ਵੀ ਲੈ ਗਏ। ਤੁਹਾਨੂੰ ਮੈਂ ਦੱਸ ਦਿਆਂ, ਸ਼ਾਹਕੋਟ ਹਲਕੇ ਵਿੱਚ ਪਾਰਟੀ ਨੇ 1900 ਵੋਟ, ਜਿਹੜਾ ਬਾਈ ਇਲੈਕਸ਼ਨ 'ਚ ਬੰਦੇ ਨੂੰ ਵੋਟ ਮਿਲੀ, ਉਹਨੂੰ ਟਿਕਟ ਦਿੱਤੀ ਹੈ। ਇੰਨਾ ਭੇਦਭਾਵ ਕਰਦਾ। ਗੁਰੂਵਰ ਸਾਹਿਬ ਦੀ ਗੱਲ ਹੋਈ, ਮੈਂ ਕਿਹਾ ਉੱਥੇ ਤਾਂ ਕੋਈ ਹਲਕਾ ਇੰਚਾਰਜ ਹੀ ਨਹੀਂ ਲੱਗਿਆ, ਕਿਸੇ ਬੰਦੇ ਨੂੰ ਤੁਸੀਂ ਬਾਂਹ ਹੀ ਨਹੀਂ ਫੜਾਈ, ਉੱਥੇ ਦੇ ਦਿਓ। ਉੱਥੇ ਵੀ ਬੜੇ ਸਾਥੀ ਮਿਹਨਤ ਕਰੀ ਜਾਂਦੇ ਆ, ਪਰ ਮੇਰੀ ਕੋਈ ਇੱਕ ਵੀ ਗੱਲ ਨਹੀਂ ਸੁਣੀ ਗਈ। ਮੈਨੂੰ ਕਹਿੰਦੇ, ਮੈਨੂੰ ਜਾਣ ਲੱਗਿਆ ਗੱਲ, ਕਹਿੰਦੀ ਕੋਈ ਨਹੀਂ, ਅਸੀਂ ਸਰਵੇ ਦੁਬਾਰਾ ਕਰਵਾਵਾਂਗੇ। ਹੁਣ ਜੇ ਆਪਾਂ ਸਰਵੇ ਦੀ ਗੱਲ ਕਰ ਲਈਏ, ਹਲਕਾ ਇੰਚਾਰਜ ਲੱਗਣ ਤੋਂ ਪਹਿਲਾਂ ਜਦੋਂ ਸਾਰੇ ਬਰੋਬਰ ਹੈ, ਉਦੋਂ ਤਾਂ ਮੇਰਾ ਸਰਵੇ ਆਪ ਹੈ। ਮੈਨੂੰ ਕਿਹਾ ਜਾਂਦਾ ਵੀ ਤੁਹਾਡੇ ਸਰਵੇ ਦੇ ਆਧਾਰ ਤੇ ਤੁਹਾਨੂੰ ਸੀਟ ਦੇਣ ਲੱਗੇ ਆ, ਹਲਕਾ ਇੰਚਾਰਜ ਲਾਉਣ ਲੱਗੇ ਆ। ਜਦੋਂ ਮੈਂ ਸਾਰਾ ਮਿਹਨਤ ਕਰ ਲਈ, ਮੈਂ ਐਡਾ ਵੱਡੀ ਮੂਵਮੈਂਟ ਖੜੀ ਕਰ ਲਈ ਫਾਜ਼ਿਲਕਾ ਦੇ ਵਿੱਚ, ਸਾਰੇ ਫਾਜ਼ਿਲਕਾ ਦੇ ਨਿਵਾਸੀ ਮੇਰੇ ਨਾਲ ਹੈ, ਅੱਜ ਸਰਵੇ ਮੇਰਾ ਡਾਊਨ ਕਿਵੇਂ ਹੋ ਗਿਆ? ਜੇ ਆਪਾਂ ਸਰਵੇ ਦੀ ਗੱਲ ਕਰੀਏ, ਸੋ ਮੈਨੂੰ ਇਹ ਗੱਲ ਕਹੀ, ਕੋਈ ਨਹੀਂ ਦੁਬਾਰਾ ਸਰਵੇ ਕਰਾਵਾਂਗੇ ਜੀ। ਪਰ ਤੁਹਾਡੇ ਸਾਹਮਣੇ ਹੈ ਜੋ ਕੱਲ ਸ਼ਾਮ ਨੂੰ ਲਿਸਟ 'ਚ ਆ ਗਿਆ। ਪਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮੈਂ ਕਦੇ ਟਿਕਟ ਦੀ ਲੜਾਈ ਨਹੀਂ ਕਦੇ ਲੜੀ। ਮੈਂ ਆਪਦੇ ਫਾਜ਼ਿਲਕਾ ਸ਼ਹਿਰ ਵਾਸਤੇ ਲੜਾਈ ਲੜਦਾ ਰਿਹਾ, ਮੈਂ ਆਪਦੇ ਵਰਕਰਾਂ ਵਾਸਤੇ ਲੜਾਈ ਲੜਦਾ ਰਿਹਾ। ਮੈਨੂੰ ਇਹ ਗੱਲ ਵੀ ਆਖੀ ਕਿ ਤੁਹਾਨੂੰ ਬਹੁਤ ਵਧੀਆ ਵੱਡਾ ਅਹੁਦਾ ਦਿਆ ਨਹੀਂ। ਜੇ ਮੈਨੂੰ ਕੋਈ ਆਪਦਾ ਲਾਲਚ ਹੁੰਦਾ, ਮੈਂ ਅਹੁਦਾ ਲੈ ਲੈਂਦਾ, ਪਰ ਜੇ ਮੈਂ ਅਹੁਦਾ ਲੈ ਲੂੰਗਾ, ਮੈਂ ਤੁਹਾਡੇ ਨਾਲ ਨਿਆਂ ਨਹੀਂ ਕਰ ਸਕਦਾ। ਜੋ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ, ਮੈਂ ਤੁਹਾਡੇ ਨਾਲ ਨਿਆਂ ਨਹੀਂ ਕਰ ਸਕਦਾ ਅਹੁਦਾ ਲੈ ਲਿਆ। ਸੋ ਅੱਜ ਵੀ ਮੇਰੀਆਂ ਡੋਰਾਂ ਤੁਹਾਡੇ ਤੇ ਹੀ ਹੈ, ਮੈਂ ਇਕੱਲਾ ਕੁਛ ਨਹੀਂ। ਮੈਂ ਮੀਡੀਆ ਦੇ ਸਾਥੀ ਖੜੇ ਆਏ, ਬਾਹਰੋਂ ਦੇਖਦੇ ਆਏ ਆ, ਸਾਰਿਆਂ ਨੇ ਵੇਖਿਆ। ਅਸੀਂ ਇੱਥੇ ਕੋਈ ਜਿਹੜਾ ਜਿੰਨੇ ਸਾਥੀ ਇੱਥੇ ਆਏ ਆ, ਕਿਸੇ ਨੂੰ ਕੋਈ ਬੱਸਾਂ 'ਚ ਭਰ ਕੇ ਨਹੀਂ ਲੈ ਕੇ ਆਏ। ਸਾਰੇ ਆਪਦੇ ਸਾਧਨਾਂ ਤੇ ਸਾਡੇ ਇੱਕ ਫੋਨ ਤੇ ਆਏ ਆ, ਭਾਈ ਆਪਾਂ ਇੱਕ ਮੀਟਿੰਗ ਕਰਨੀ ਆ, ਆਪਾਂ ਅਗਾਂਹ ਦੀ ਰਣਨੀਤੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ। ਸੋ ਜੇ ਕੋਈ ਇਹ ਗੱਲ ਸੋਚ ਲੇ ਵੀ ਸਮਰ ਦੇ ਨਾਲ ਤਾਂ ਸਿਰਫ ਇੰਨੇ ਕਿ ਲੋਕ ਹੈ, ਤਾਂ ਉਹਦਾ ਵਹਿਮ ਹੈ ਬਹੁਤ ਵੱਡਾ। ਮੇਰੇ ਨਾਲ ਫਾਜ਼ਿਲਕਾ ਦੇ ਆਮ ਲੋਕ ਹੈ, ਜਿਹੜੇ ਨਾਨ ਪੋਲੀਟੀਕਲ ਹੈ, ਜਿਨ੍ਹਾਂ ਦੀ ਕੋਈ ਕਿਸੇ ਬੰਦੇ ਨਾਲ ਈਰਖਾ ਹੈ ਨਹੀਂ, ਕੋਈ ਦੁਸ਼ਮਣੀ ਹੈ ਨਹੀਂ, ਕੋਈ ਕਿਸੇ ਪਾਰਟੀ ਦੇ ਉਹ ਹੈ ਨਹੀਂ। ਪਾਰਟੀ ਲੈਵਲ ਤੋਂ ਉੱਠ ਕੇ ਮੇਰੇ ਨਾਲ ਆ। ਮੈਨੂੰ ਇੰਨੇ ਫੋਨ ਆਏ ਆ, ਮੈਨੂੰ ਵਾਰੀ ਕਈ ਸਾਥੀ ਵੀ ਕਹਿੰਦੇ ਤੈਨੂੰ ਤਾਂ ਯਾਰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਤੇਰੀ ਟਿਕਟ ਕੱਟ ਗਈ। ਮੈਂ ਕਿਹਾ ਜੀ ਮੈਨੂੰ ਸਿਰਫ ਲੋਕਾਂ ਦਾ ਪਿਆਰ ਚਾਹੀਦਾ ਹੈ, ਮੈਨੂੰ ਟਿਕਟ ਨਾਲ ਕੋਈ ਮਤਲਬ ਨਹੀਂ। ਮੈਂ ਸਿਰਫ ਇਹ ਚਾਹੁੰਦਾ ਵੀ ਜੋ ਸਾਥੀ ਮੇਰੇ ਕੋਲ ਆਸ ਉਮੀਦ ਲੈ ਕੇ ਆਉਂਦੇ ਆ, ਮੈਂ ਉਹਨਾਂ ਨਾਲ ਨਿਆਂ ਕਰ ਸਕਾਂ। ਮੈਨੂੰ ਮੇਰੇ ਪਰਿਵਾਰ ਨੇ ਵਪਾਰ ਕਰਨਾ ਨਹੀਂ ਸਿਖਾਇਆ, ਇੱਥੋਂ ਤੱਕ ਕਿ ਸਮਾਂ ਨਹੀਂ ਮਿਲਿਆ, ਮੈਨੂੰ ਖੇਤੀ ਕਰਨੀ ਵੀ ਨਹੀਂ ਸਿਖਾਈ। ਮੈਨੂੰ ਸਿਰਫ ਇੱਕੋ ਗੱਲ ਸਿਖਾਈ ਹੈ ਵੀ ਤੂੰ ਇਮਾਨਦਾਰੀ ਨਾਲ ਵਰਤਣਾ ਹੈ, ਕਿਸੇ ਨੂੰ ਇਹੋ ਜਿਹੀ ਗੱਲ ਨਹੀਂ ਕਰਨੀ ਤੂੰ ਜੋ ਪੂਰੀ ਨਾ ਕਰ ਸਕੇ। ਧੋਖਾ ਬਹੁਤ ਵੱਡਾ ਸ਼ਬਦ ਹੈ, ਮੈਨੂੰ ਇੱਕੋ ਗੱਲ ਸਿਖਾਈ ਕਿ ਧੋਖਾ ਨਹੀਂ ਕਿਸੇ ਨਾਲ ਕਰਨਾ। ਸੋ ਅੱਜ ਵੀ
ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਤੁਸੀਂ ਜੋ ਫੈਸਲਾ ਕਰੋਗੇ, ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾਰਿਆਂ ਨੇ ਆਪਦੇ ਵਿਚਾਰ ਰੱਖੇ ਆ, ਸਾਰਿਆਂ ਦੇ ਵੱਖ-ਵੱਖ ਵਿਚਾਰ ਆ। ਅੱਜ ਆਪਣੀ ਇਹ ਵਰਕਰ ਮੀਟਿੰਗ ਹੈ, ਸਾਰੇ ਪਰਿਵਾਰ ਦੀ ਮੀਟਿੰਗ ਹੈ। ਤੁਹਾਡੇ ਤੋਂ ਮੈਂ ਬਿਲਕੁਲ ਵੀ ਬਾਹਰ ਨਹੀਂ। ਜੋ ਤੁਸੀਂ ਫੈਸਲਾ ਕਰੋਗੇ, ਜੋ ਤੁਸੀਂ ਮੈਨੂੰ ਹੁਕਮ ਲਾਓਗੇ ਮੇਰੇ ਸਿਰ ਮੱਥੇ, ਤੁਸੀਂ ਜੇ ਆਖੋਗੇ ਵੀ ਆਪਾਂ ਇਹ ਜੰਗ ਜਾਰੀ ਰੱਖਣੀ ਹੈ, ਆਪਾਂ ਫਾਜ਼ਿਲਕਾ ਨੂੰ ਇੱਕ ਵਿਕਲਪ ਦੇਣਾ ਤਾਂ ਵਿਕਲਪ ਦੇਾਂਗੇ। ਜੇ ਤੁਸੀਂ ਆਖੋਗੇ ਵੀ ਜੋ ਪਾਰਟੀ ਨੇ ਕਰਤਾ ਠੀਕ ਹੈ ਵੀ ਉਹਨੂੰ ਮੰਨ ਲੈ, ਤਾਂ ਮੈਂ ਉਹ ਵੀ ਮੰਨਣ ਲਈ ਤਿਆਰ ਹਾਂ। ਪਰ ਤੁਸੀਂ ਫੈਸਲਾ ਕਰੋਗੇ। भाई समरवीर सिंह सिद्धू जिंदाबाद, समरवीर सिद्धू जिंदाबाद, समरवीर सिद्धू जिंदाबाद, समरवीर सिद्धू जिंदाबाद, समरवीर सिद्धू जिंदाबाद। ਸੋ ਹੁਣ ਮੈਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਮੀਡੀਆ ਦੇ ਸਾਥੀ ਹੈ ਵੀ ਜੋ ਗੱਲਾਂ ਅਸੀਂ ਸਾਰਿਆਂ ਸਾਥੀਆਂ ਸਾਹਮਣੇ ਕਰਨੀਆਂ ਸੀ ਅਸੀਂ ਕਰ ਲਈਆਂ। ਹੁਣ ਸਾਡੇ ਪਰਿਵਾਰ ਦੀ ਗੱਲ ਹੈ। ਸੋ ਜਿੰਨੇ ਵੀ ਤੁਸੀਂ ਸਾਥੀ ਆਏ ਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਰਿਣੀ ਹਾਂ ਤੁਹਾਡਾ ਜੋ ਤੁਸੀਂ ਅੱਜ ਇੰਨੇ ਲੋਕਾਂ ਦੇ ਹਿਸਾਬ ਨਾਲ ਤਾਂ ਮੇਰੇ ਤੇ ਤਾਂ ਅੱਜ ਮਾੜਾ ਟਾਈਮ ਹੀ ਹੈ, ਤੁਸੀਂ ਆਏ ਹੋ। ਪਰ ਤੁਹਾਨੂੰ ਵੇਖ ਕੇ ਮੈਨੂੰ ਇਹ ਲੱਗਦਾ ਮੇਰੇ ਤੇ ਕੋਈ ਮਾੜਾ ਟਾਈਮ ਨਹੀਂ ਹੈ। ਮਾੜਾ ਟਾਈਮ ਬੰਦਿਆਂ ਤੇ ਆਉਂਦਾ ਹੁੰਦਾ ਹੈ, ਜਿਹੜੇ ਹਮੇਸ਼ਾ ਚੰਗੇ ਟਾਈਮ 'ਚ ਰਹਿੰਦੇ ਉਹ ਬੰਦੇ ਨਹੀਂ ਹੁੰਦੇ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਹਜੇ ਕਿਸੇ ਨੇ ਜਾਣਾ ਨਹੀਂ, ਆਪਾਂ ਬੈਠ ਕੇ ਇੱਥੇ ਵਿਚਾਰ ਵਟਾਂਦਰਾ ਕਰਨਾ, ਆਪਾਂ ਗਾਂ ਦੀ ਰਣਨੀਤੀ ਦਾ ਫੈਸਲਾ ਕਰਨਾ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਰਾਮ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। भाई तेरी सोच ਫੇਰ ਆ ਜਾਗੇ ਠੋਕੇ, तेरी सोच से ਫੇਰ ਆ ਜਾਗੇ ਠੋਕੇ। भाई समरवीर सिंह सिद्धू भाई देखो ਜਿਹੜੇ भाई समरवीर ਦੇ ਦਿਲੋਂ ਨਾਲ ਜੁੜੇ ਆ, ਪੂਰਾ ਫਾਜ਼ਿਲਕਾ ਜ਼ਿਲ੍ਹਾ ਜੁੜੇ, ਦੋਵੇਂ ਹੱਥ ਖੜੇ ਕਰਕੇ भाई ਰਿਕੁਐਸਟ ਹੈ ਤੇ ਤੁਹਾਡੇ समरवीर सिद्धू जिंदाबाद, समरवीर सिद्धू जिंदाबाद, समरवीर सिद्धू जिंदाबाद। फाजिलका का बेटा कौन? समरवीर सिद्धू। फाजिलका का बेटा कौन? समरवीर सिद्धू। भाई समरवीर आगे बढ़ो, आगे बढ़ो, समरवीर आगे बढ़ो। हम तुम्हारे साथ हैं। एक ने मैं बताऊं, किसान आंदोलन चालियो बहुत लंबा टाइम चालियो। किसान आंदोलन जगह मैं बहुत 600-700 किसान शहीद होया। तो बीमा में 26 जनवरी में प्रोग्राम आयो जगह मैं कई शरारती तत्व मतलब वो आंदोलन खराब करो। तो जद के हो गया जद के भी दिल्ली बीजेपी मोदी सरकार का बारह काट दो पर के भी टाइम में थोड़ा खेलने लग गया नहीं। जद आंदोलन थोड़ा ठंडो पड़ो ढिलो हो राकेश केजी ने एक बैठा जाट। तो भी बात में क्या पूरे पंजाब हरियाणा राजस्थान यूपी सारों भी आंदोलन में सागा हो और वह किसान भाई आंदोलन दोबारा चले और जंग जीत ली। ठीक है, जंग जीत ली। अब आप आंदोलन लेकर ठंडे को नहीं होना, आप आंदोलन जारी रखना और जंग जीतनी है। असि जीतांगे जरूर, असि जीतांगे जरूर। धोखा नहीं न्याय होगा, धोखा नहीं न्याय होगा, धोखा नहीं न्याय होगा। वीर तुसी अगे बढ़ो, साथ में वीर अब आगे बढ़ो। असि थोड़े नाल जिंदाबाद, समरवीर सिंह सिद्धू जिंदाबाद, समरवीर सिंह सिद्धू जिंदाबाद। ਸੁਵੀਰੋ ਜਿਵੇਂ ਬਾਈ ਨੇ ਕਿਹਾ ਹੈ ਕਿ ਅਗਲੀ ਰਣਨੀਤੀ ਦੇ ਬਾਰੇ ਜੋ ਵਿਚਾਰ ਕਰਨੀ ਹੈ, ਕੋਈ ਵੀ ਵੀਰ ਪੰਡਾਲ ਦੇ ਵਿੱਚੋਂ ਬਾਹਰ ਨਾ ਜਾਵੇ, ਸਾਰੇ ਵੀਰ ਇੱਥੇ ਰਹਿਣਾ ਹੈ। ਸੋ ਆਪਾਂ ਜੋ ਵੀ ਅਗਲੀ ਰਣਨੀਤੀ ਹੈ ਉਹਦੇ ਬਾਰੇ ਜੋ ਵਿਚਾਰ ਵਟਾਂਦਰਾ ਕਰਨਾ ਹੈ ਉਹ ਲਾਜ਼ਮੀ ਬਣਦਾ ਹੈ, ਕਿਉਂਕਿ ਵੀਰੋ ਪਾਰਟੀ ਨੂੰ ਖੂਨ ਪਸੀਨੇ ਦੀ ਮਿਹਨਤ ਨਾਲ ਸਿੰਜਿਆ ਸੀ ਬਾਈ ਨੇ, ਤੇ ਜੇ ਪਾਰਟੀ ਨੇ ਧੋਖਾ ਕੀਤਾ ਤਾਂ ਧੋਖੇ ਦਾ ਰਿਜ਼ਲਟ ਤਾਂ ਪਾਰਟੀ ਨੂੰ ਮਿਲੂਗਾ। ਅਸੀਂ ਆਪਦੇ ਹੱਕ ਦੀ ਲੜਾਈ ਲੜੀ ਹੈ, ਫਾਜ਼ਿਲਕਾ ਦੇ ਵਾਸੀਆਂ ਦੀ ਲੜਾਈ ਲੜੀ ਹੈ, ਤੇ ਉਸ ਦੇ ਵਿੱਚ ਕਿਉਂਕਿ ਆਪਾਂ ਦੇਖਦੇ ਸੀ ਵੀ ਕੇਜਰੀਵਾਲ ਬੜਾ ਇਮਾਨਦਾਰ ਹੈ, ਕੇਜਰੀਵਾਲ ਬੜਾ ਉਹ ਕਰ ਰਿਹਾ। ਪਿਛਲੀ ਵਾਰ ਇਹਨਾਂ ਦੇ ਹਾਰਨ ਦੀ ਕੀ ਕਮੀ ਸੀ? ਇਹਨਾਂ ਨੇ ਵੀ ਲਾਲਚਵਸ ਜਿਹੜੀਆਂ ਟਿਕਟਾਂ ਉਹ ਪੈਸਿਆਂ ਨਾਲ ਦਿੱਤੀਆਂ ਸੀ, ਜਿਵੇਂ ਸੁੱਚਾ ਸਿੰਘ ਛੋਟੇਪੁਰ ਅੱਡ ਹੋਇਆ ਫਿਰ ਹੋਰ ਹੋਏ। ਪਰ ਅਸੀਂ ਇੰਨੀ ਮਾੜੀ ਸੋਚ ਨਹੀਂ ਰੱਖਦੇ ਵੀ ਹੁਣੇ ਅੱਡ ਹੋ ਜਾਗੇ ਤੇਰੇ ਤੋਂ। ਪਹਿਲਾਂ ਤਾਂ ਅਸੀਂ ਸੋਚਣ ਤੇ ਮਜਬੂਰ ਕਰਾਂਗੇ ਕੇਜਰੀਵਾਲ ਨੂੰ, ਭਗਵੰਤ ਮਾਨ ਜੀ ਨੂੰ, ਕਿਉਂਕਿ ਵੀਰੋ
ਪੰਜਾਬ ਟੈਕਸੀ ਯੂਨੀਅਨ ਦਾ ਪ੍ਰੈਸ ਸਕੱਤਰ ਹੈ ਰਜਿਸਟਰ ਨੰਬਰ 31 ਦਾ। ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਇਹ ਯੂਨੀਅਨ ਵੱਲੋਂ ਚੱਲ ਰਿਹਾ ਸੀ ਸਿਸਟਮ ਕਿ ਜਿਹੜਾ ਹੈ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਆਪਾਂ ਸਮਰਥਨ ਕਰਨਾ ਹੈ। ਸਮਰਵੀਰ ਬਾਈ ਨਾਲ ਤਾਂ ਅਸੀਂ ਦਿਲੋਂ ਜੁੜੇ ਹੋਏ ਹਾਂ ਹੀ ਹਾਂ। ਅਗਰ ਪਾਰਟੀ ਬਾਈ ਸਮਰਵੀਰ ਦੇ ਟਿਕਟ ਦੇ ਉੱਤੇ ਵਿਚਾਰ ਨਹੀਂ ਕਰਦੀ, ਆਪਦਾ ਫੈਸਲਾ ਬਦਲ ਕੇ ਬਾਈ ਸਮਰਵੀਰ ਨੂੰ ਟਿਕਟ ਨਾਲ ਨਹੀਂ ਨਵਾਜਦੀ, ਤਾਂ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਪੰਜਾਬ ਟੈਕਸੀ ਯੂਨੀਅਨ ਵੱਲੋਂ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਵਾਵਾਂਗੇ ਔਰ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਸ ਗੱਲ ਦੇ ਭਾਈ ਉੱਤੇ। ਸਮਰਵੀਰ ਸਿੰਘ ਸਿੱਧੂ ਜਿੰਦਾਬਾਦ। ਸਮਰਵੀਰ ਸਿੰਘ ਸਿੱਧੂ ਪ੍ਰਧਾਨ ਜੀ ਆਪਣੇ ਵਿਚਾਰ ਰੱਖਣਗੇ ਜੀ। बहुत ही सत्कारयोग ठोका के खिलाफ लड़ाई के मैदान में उतरे मेरे प्यारे बहादुर लोगों, आज असी उस समय में पहुंचे हुए हैं जिथे सानू नहीं लगता सी कि 2014 तो लेके लगातार पार्टी का मुठ बनन तो लेके आज तक अपने परिवार को ना देखते हुए, अपने जमीन जायदाद बिजनेस ना देखते हुए समूचा समय जड़ा है वो पार्टी के काम पे चलाया। रात दिन एक किया, हर वर्ग के लोगों नाल साझ पाई, चाहे वो मजदूर हो, चाहे वो किसान हो, चाहे वो मुलाजम हो, लड़न वाले लोगों के नाल, मेहनत करने वाले लोगों के नाल साल पान तो बाद असी 2017 के इलेक्शन लड़िया और वो इलेक्शन पहला इलेक्शन सी पंजाब के अंदर, जिस इलेक्शन के विच भाई समरवीर सिद्धू नूं टिकट दे के एक बहुत ही औखी घड़ी के विच असी कह लीए इलेक्शन लाया गया और उस समय साडे पिंडां दे विच साडी मूवमेंट नहीं सी, बहुत घट लोग सानू जानते सी। पर साथियों असी ये गल कहना चाहते हैं उस हाल दे विच असी 16,000 के लगभग वोट लेके एक इतिहास रचा और वो लोग जिथे असी ये गल कहना चाहते हैं, असी भाई समरवीर जी नूं असी बेनती करना चाहते हैं कि तुसी कल भी तुसी ये गल कीती सी, तुहाडी मतलब है कि असी परिवार दे विच 2 जी है, मैं तो मेरी मम्मी और बाद बाकी मतलब जो है साढ़े परिवार दे विच कोई मतलब नहीं है। पर असी ये बेनती करना चाहते हैं कि तुहाडा परिवार आ सारा परिवार तुहाडा है और तुहाडे नाल खड़ा है। सो असी अज गल कहना चाहते हैं कि उस समय दे विच जदी औखी घड़ी दे विच असी काम कीता है और उस तो बाद पार्टी दे विच वो हालत पैदा हुई कि लोगों ने साथ छड्डिया। पर असी ये गल कहना चाहते हैं कि उस समय दे विच असी पार्टी नाल लगातार काम करते रहे और असी भाई समर की अगुवाई दे विच असी पिंडां ते काम कीता है। पर अज जदों असी आके पैरां ते खड़े होए, जदों असी इस मूवमेंट दे विच असी लोकां नूं प्यार दिता, शहर वासियों नूं प्यार दिता, लोकां ने सानूं मान सम्मान दिता, तां अज हालत किहो जी बनी है। असी ये गल कहना चाहते हैं कि जिथे अज वो लोग जिहड़े लोग ये गल करदे सी कि असी राज नहीं, असी मतलब जे राज नहीं करना चाहते हैं, असी राजी मतलब है अज बदलण वास्ते आए हैं, समाज बदलण वास्ते आए, लोगों की राजनीति बदलण वास्ते आए हैं। पर अज तुसीं देखिया होना अज हालात किहो जे है कि समूचे जिला फिरोजपुर दे विच असी एक रैलियां ला रही है, जनमैन कर रही है कि इत्थों लोग हैं जिन्हें लोगों नूं बाहरों आए लोगों टिकटें दे के सम्मानित किया गया है। तुसीं गल कर लो जलालबाद हल्के दे विच जिथे भाई समरवीर जी दस के गए हैं कि उस हल्के दे विच खजूरा जी ने बड़ी मेहनत की है। 2017 के विच भाई मनोहर सजड़े भगवंत मान जी चोन लड़े हैं और उससे लगातार उन्होंने बहुत मेहनत करने के बाद आज हालात के उससे बने हैं और उस हल्के दे विच कांग्रेस टिकट दे के नवाजा गया है। और वही हाल सारे को बल्लूवाना हल्के की बनी हुई है। बल्लूवाना हल्के के अंदर उससे बलदेव सिंह साडा बिजली बोर्ड का एसपी बना है और टिकट मंग रहा सी, लगातार काम किया। एक और लोग 1 लाख रुपए तनख्वाह लेके और रियायत के महकमे से और टिकट बाहर के चाहवान सी। पर साथियों इंसाफ की लोड़ है, इंसाफ नहीं मिलिया। सो असी अज गल कहना चाहते हैं
ਪਾਰਟੀ ਨੇ ਜੋ ਕੁਝ ਕੀਤਾ ਹੈ ਉਹ ਤੁਹਾਡੇ ਸਾਹਮਣੇ ਹੈ। ਉਹ ਅਸੀਂ ਮੰਗ ਕਰਦੇ ਹਾਂ, ਮੈਂ ਕੱਲ ਵੀ ਕਿਹਾ ਸੀ ਆਪਾਂ ਨੂੰ ਇਕੱਠੇ ਹੋ ਕੇ ਇੱਕ ਵਾਰੀ ਆਪਣੀ ਗੱਲ ਜਿਹੜੀ ਹੈ ਉਹ ਭਗਵੰਤ ਮਾਨ ਦੇ ਘਰ ਤੱਕ ਉਹਨਾਂ ਦੇ ਤੱਕ ਪਹੁੰਚਾਉਣੀ ਚਾਹੀਦੀ ਹੈ। ਪਰ ਅੱਜ ਫਿਰ ਅਸੀਂ ਮੰਗ ਕਰਦੇ ਹਾਂ, ਆਓ ਆਪਾਂ ਇਕੱਠੇ ਹੋ ਕੇ ਆਪਣੀ ਗੱਲ ਨੂੰ ਜਿਹੜੀ ਹੈ ਸੱਚ ਦੀ ਆਵਾਜ਼ ਨੂੰ ਜਿੱਥੇ ਅਸੀਂ ਲੋਕ ਦਵਾਉਣਾ ਚਾਹੁੰਦੇ ਹਾਂ, ਪਾਰਟੀ ਦਵਾਉਣਾ ਚਾਹੁੰਦੀ ਹੈ, ਇੱਥੋਂ ਦੇ ਜਿਹੜੇ ਲੋਕ ਜਿਹੜੇ ਰਾਜ ਕਰਨਾ ਚਾਹੁੰਦੇ ਹੈ, ਸੋ ਆਪਾਂ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਈਏ। ਜੈ ਜਨਤਾ, ਜੈ ਸੰਗਠਨ, ਜਿੱਤ ਤੁਹਾਡੀ ਲੋਕਾਂ ਦੀ। ਬੰਦ ਕਰ ਭਾਈ ਥੋੜਾ ਸਾਈਡ ਨੂੰ ਉਹ ਖਿਲਾ ਰਹੇ ਨੇ ਉੱਥੇ ਸਾਹਮਣੇ ਜਾਂਦੇ ਰਹੋ ਪਰਾਂ ਤਾਂ ਦੋਸਤੋ ਅਸੀਂ ਹੁਣ ਸਮਰਬੀਰ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਵੀ ਕੀ ਕਹਿਣਾ ਉਹਨਾਂ ਦਾ। ਜੋ ਵਰਕਰ ਇੱਥੇ ਪਹੁੰਚੇ ਨੇ ਤੇ ਉਹਦੇ ਲਈ ਵਿਚਾਰ ਵਟਾਂਦਰਾ ਕਰਨ ਲਈ ਅੱਜ ਅਸੀਂ ਇੱਕ ਵਰਕਰ ਮੀਟਿੰਗ ਕਾਲ ਕੀਤੀ ਸੀ ਆਪਦੀ, ਤੇ ਅਸੀਂ ਹੁਣ ਆਪਦੇ ਵਰਕਰਸ ਨਾਲ ਫੈਸਲਾ ਕਰਿਆ ਹੈ, ਸਾਰੇ ਵਿਚਾਰ ਵਟਾਂਦਰਾ ਕਰਾਂਗੇ। ਸੋ ਜੋ ਵੀ ਹੈਗਾ ਇਹ ਮੇਰੀ ਡਿਊਟੀ ਲਾਉਣਗੇ, ਜੋ ਵੀ ਫੈਸਲਾ ਕਰਨਗੇ ਉਹ ਅਸੀਂ ਸਾਰਿਆਂ ਨੂੰ ਦੱਸ ਦਿਆਂਗੇ। ਤਾਂ ਇਹ ਸਨ ਸਮਰਬੀਰ ਜੀ ਜੋ ਦੱਸ ਰਹੇ ਸਨ ਵੀ ਵਰਕਰਾਂ ਦਾ ਵੀ ਧੰਨਵਾਦ ਕਰ ਰਹੇ ਸਨ ਵੀ ਉਹਨਾਂ ਨਾਲ ਇੱਥੇ ਪਹੁੰਚਣ ਦਾ। ਤੇ ਸਾਡੇ ਨਾਲ ਇੱਥੇ ਕੁਝ ਸਮਰਥਕ ਮੌਜੂਦ ਨੇ ਉਹਨਾਂ ਦੇ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਉਹਨਾਂ ਦਾ। ਹਾਂਜੀ, ਕੀ ਨਾਮ ਹੈ? ਮੇਰਾ ਹਰਭਜਨ ਸਿੰਘ ਹੈ ਜੀ, ਕਿਹੜੇ ਪਿੰਡ ਤੋਂ? ਪਿੰਡ ਖੋਈਖੜਾ ਜੀ ਮੇਰਾ। ਮੈਂ ਪੰਜਾਬ ਟੈਕਸੀ ਯੂਨੀਅਨ ਰਜਿਸਟਰ ਨੰਬਰ 31 ਦਾ ਪ੍ਰੈਸ ਸਕੱਤਰ ਜੀ ਪੰਜਾਬ ਦਾ। ਸੋ ਅਸੀਂ ਦਿਲੋਂ ਜੋ ਹੈ 22 ਸਮਰ ਦੇ ਨਾਲ ਜੁੜੇ ਹੋਏ ਸੀ ਜੀ, ਕਿਉਂਕਿ ਜਿਵੇਂ ਇੱਕ ਤੀਜਾ ਵਿਕਲਪ ਦੇਖਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇੱਕ ਰਾਜਨੀਤੀ ਤੋਂ ਪਰੇ ਹਟ ਕੇ, ਇੱਕ ਜਾਤੀਵਾਦ ਤੋਂ ਪਰੇ ਹਟ ਕੇ ਇੱਕ ਚੰਗਾ ਵਿਕਲਪ ਦੇਊਗੀ। ਪਰ ਕਿਤੇ ਨਾ ਕਿਤੇ ਜੋ ਇਹ ਟਿਕਟ ਦੀ ਨਾ ਇਨਸਾਫੀ ਬਾਈ ਸਮਰਵੀਰ ਨਾਲ ਕੀਤੀ ਗਈ ਹੈ, ਜੋ ਕਿ ਪਿਛਲੇ 8 ਸਾਲਾਂ ਤੋਂ ਮਿਹਨਤ ਕਰ ਰਹੇ ਸੀ, ਤਾਂ ਉਹ ਕਿਤੇ ਨਾ ਕਿਤੇ ਬਹੁਤ ਮਨ ਨੂੰ ਠੇਸ ਪਹੁੰਚੀ ਹੈ ਸਾਰੇ ਵਰਕਰਾਂ ਦੇ। ਕਿਉਂਕਿ ਜਿਹੜੀ ਪਾਰਟੀ ਤੋਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਸੀ, ਜਿਹਨੇ ਕਿ ਉਮੀਦ ਤੋਂ ਪਰੇ ਇੱਕ ਬਾਹਰ ਦੀ ਪਾਰਟੀ ਦੇ ਬੰਦੇ ਨੂੰ ਆਉਣ 'ਤੇ ਟਿਕਟ ਦਿੱਤੀ ਜਾਂਦੀ ਹੈ, ਅੱਜ ਉਹ ਬੰਦਾ ਕਹਿੰਦਾ ਵੀ ਉਸ ਦੀਆਂ ਪਾਰਟੀ ਦੀਆਂ ਨੀਤੀਆਂ ਮਾੜੀਆਂ ਹੈ, ਜਿਹੜੀ ਪਾਰਟੀ ਨੇ ਉਹਨੂੰ ਆਸ਼ੀਰਵਾਦ ਦੇ ਕੇ ਇੱਥੋਂ ਤੱਕ ਪਹੁੰਚਾਇਆ। ਪਰ ਸਮਰਵੀਰ ਨੇ ਪਾਰਟੀ ਨੂੰ ਮੈਂ ਕਹਿਣਾ ਇੱਥੋਂ ਤੱਕ ਪਹੁੰਚਾਇਆ, ਉਸ ਬੰਦੇ ਨਾਲ ਧੋਖਾ ਕੀਤਾ। ਇਹ ਬਹੁਤ ਵੱਡੀ ਗੱਲ ਹੈ ਜੀ। ਜਿਵੇਂ ਕਿ ਸੁਣਨ ਨੂੰ ਮਿਲਿਆ ਵੀ ਕਿਹਾ ਜਾ ਰਿਹਾ ਕਿ ਬਰਾਦਰੀ ਕਾਰਡ ਖੇਡਿਆ ਗਿਆ, ਇਹਨੂੰ ਕਿਸ ਤਰ੍ਹਾਂ ਦੇ? ਦੇਖੋ ਜੀ, ਬਰਾਦਰੀ ਕਾਰਡ ਅੱਜ ਤੋਂ ਮੈਨੂੰ ਲੱਗਦਾ 10 ਸਾਲ ਪਹਿਲਾਂ ਇਹ ਚੀਜ਼ ਹੁੰਦੀ ਸੀ, ਜਦੋਂ ਲੋਕ ਥੋੜ੍ਹੇ ਜਿਹੇ ਅਨਪੜ੍ਹਤਾ ਜ਼ਿਆਦਾ ਵਿਸ਼ਵਾਸ ਰੱਖਦੇ ਸੀ, ਇੱਕ ਜਾਤੀਵਾਦ 'ਚ ਵਿਸ਼ਵਾਸ ਰੱਖਦੇ ਸੀ। ਪਰ ਅੱਜ ਕੱਲ੍ਹ ਪੜ੍ਹੀ ਲਿਖੀ ਜਨਰੇਸ਼ਨ ਹੈ। ਸੋ ਪੜ੍ਹੀ ਲਿਖੀ ਜਨਰੇਸ਼ਨ ਦੇ ਵਿੱਚ ਆਪਾਂ ਦੇਖੀਏ, ਅਗਰ ਮੈਂ ਕੈਂਡੀਡੇਟਾਂ ਦੇ ਬਾਈ ਨੇਮ ਹੀ ਤੁਹਾਨੂੰ ਦੱਸ ਦਿੰਦਾ ਹੈ। ਦਵਿੰਦਰ ਸਿੰਘ ਘਵਾਇਆ ਹੈ, ਸਰਜੀਤ ਕੁਮਾਰ ਜੈਣੀ ਹੈ, ਜੋਸਨ ਜੀ ਹੈ, ਜਾਂ ਤੁਹਾਡਾ ਰਾਜਦੀਪ ਕੌਰ ਹੈ, ਬਾਈ ਸਮਰ ਹੈ, ਜਾਂ ਹੁਣ ਸਵਣਾ ਜਿਹੜਾ ਨਵਾਂ ਮੈਂ ਕਹੂੰਗਾ ਵੀ ਅਕਾਲੀ ਦਲ ਦਾ ਪਿਆਦਾ ਇੱਕ ਜਿਹੜਾ ਆਮ ਆਦਮੀ ਪਾਰਟੀ ਨੇ ਆਪਦੇ ਉਹਦੇ ਦੇ ਜਾਤੀਵਾਦ ਕਾਰਡ ਖੇਡਣ ਵਾਸਤੇ ਲਾਇਆ। ਸੋ ਡਿਵਾਈਡੇਸ਼ਨ ਤਾਂ ਦੇਖੋ, ਰਾਏ ਸਿੱਖ ਬਰਾਦਰੀ ਦੀ ਜਿਹੜੀ ਵੋਟ ਹੈ 55,000 ਵੋਟ ਹੈ। 5,000 ਤਾਂ ਇਹ ਮੰਨ ਲਓ ਪੋਲ ਹੋਣੀ ਨਹੀਂ, 50,000 ਰਹਿ ਗਈ। ਅਤੇ 50,000 ਨੂੰ ਤੁਸੀਂ 5-6 ਬੰਦਿਆਂ ਦੇ ਵਿੱਚ ਡਿਵਾਈਡ ਹੋਣੀ ਹੈ, ਕਿਸੇ ਨੇ 15 ਲੈਣੀ ਹੈ, ਕਿਸੇ ਨੇ 18 ਲੈਣੀ ਹੈ, ਤਾਂ ਵੰਡੀ ਚੁੰਡੀ ਵੋਟ ਹੀ ਪੈਣੀ ਹੈ। ਕਿਉਂਕਿ ਰਾਏ ਸਿੱਖ ਬਰਾਦਰੀ ਵੀ ਇੱਕ ਸੂਰਵੀਰ ਪ੍ਰਧਾਨ ਸੁੱਚੀ ਕੌਮ ਹੈ, ਜਿਹੜੀ ਕਿ ਮਤਲਬ ਇੱਕ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਹੁਣ ਮਤਲਬ ਆਪਣਾ ਜਿਹੜਾ ਹੈਗਾ ਸਹੀ ਚੋਣ ਵੀ ਕਰ ਰਹੀ ਆ। ਉਹ ਇਹ ਨਹੀਂ ਕਿ ਜਾਤੀਵਾਦ ਦੀ ਤਰ੍ਹਾਂ ਪਹਿਲਾਂ ਵਾਲਾ ਸਿਸਟਮ ਹੈ ਜਿਹੜਾ ਵੀ ਚਲੋ ਜੀ ਜਾਤੀਵਾਦ ਦੇ ਹਿਸਾਬ ਨਾਲ ਵੀ ਆਪਣੀ ਜਾਤੀ ਬਰਾਦਰੀ ਦਾ ਹੈਗਾ ਉਹਨੂੰ ਵੋਟ ਪਾ ਦਿਓ, ਉਹ ਸਿਸਟਮ ਨਹੀਂ ਰਹਿ ਗਿਆ। ਉੱਤੇ ਵੀ ਹੁਣ ਬਹੁਤ ਸੂਝਵਾਨ ਮਿੱਤਰ ਹੈ, ਪੜ੍ਹੇ ਲਿਖੇ ਹੈ। ਹਾਲਾਂਕਿ ਤੁਹਾਡੀ ਇਹ ਜਿਹੜੀ ਵਰਕਰ ਮੀਟਿੰਗ ਜਿਹੜੀ ਸਮਰਬੀਰ ਜੀ ਨਾਲ ਹੁਣ ਹੋਣ ਜਾ ਰਹੀ ਹੈ, ਹਾਂਜੀ, ਮੈਂ ਫਿਰ ਵੀ ਤੁਹਾਡਾ ਜਿਹੜੀ ਅੰਦਰ ਦਾ ਸਵਾਲ ਮੇਰਾ ਸਵਾਲ ਜਿਹੜਾ ਹੈ ਤੁਹਾਡੀ ਅੰਦਰ ਦੀ ਗੱਲ ਪੁੱਛਣ ਦਾ ਹੈ ਵੀ ਤੁਹਾਨੂੰ ਕੀ ਲੱਗਦਾ ਹੈ ਕੀ ਫੈਸਲਾ ਹੋਣ ਜਾ ਰਿਹਾ? ਦੇਖੋ ਜੀ, ਜੋ ਵੀ ਸਿਆਣਿਆਂ ਦੀ ਇੱਕ ਕਹਾਵਤ ਹੈ ਵੀ 5 ਬੰਦੇ ਬੈਠੇ ਹੋਣ ਤਾਂ ਉਹ ਪੰਚਾਇਤ ਹੋ ਜਾਂਦੀ ਹੈ, ਅਤੇ ਇੱਥੇ ਤਾਂ ਇੱਕ ਵਰਕਰਾਂ ਦਾ ਇਕੱਠ ਹੈ, ਸਮੂਹ ਇਕੱਠਾ ਹੋਇਆ। ਜੋ ਵਰਕਰਾਂ ਦਾ ਫੈਸਲਾ ਹੋਊਗਾ ਉਹ ਸਮਰਵੀਰ ਬਾਈ ਨੂੰ ਵੀ ਮੰਨਣਯੋਗ ਹੋਊਗਾ। ਉਮੀਦ ਹੈ ਪਾਰਟੀ ਤੋਂ ਅਜੇ ਵੀ? ਦੇਖੋ, ਉਮੀਦ ਤਾਂ ਕਰਨੀ ਬਣਦੀ ਹੈ ਜੀ। ਜਿਹੜੀ ਪਾਰਟੀ ਦਾ ਅਸੀਂ ਬੂਟਾ ਲਾਇਆ, ਅੱਜ ਉਹਨੂੰ ਦਰਖਤ ਦਾ ਰੂਪ ਦਿੱਤਾ ਹੈ ਜਿਹੜੇ ਬੰਦੇ ਨੇ, ਉਹਦੇ ਨਾਲ ਅਗਰ ਪਾਰਟੀ ਧੋਖਾ ਕਰਦੀ ਹੈ ਤਾਂ ਉਮੀਦ ਤਾਂ ਉਸੇ ਤੋਂ ਹੀ ਰੱਖੀ ਜਾਊਗੀ ਵੀ ਉਹ ਆਪਦਾ ਫੈਸਲਾ ਸਹੀ ਬਦਲੇ, ਬਾਈ ਸਮਰਵੀਰ ਨੂੰ ਟਿਕਟ ਦੇਵੇ, ਤਾਂ ਜੋ ਅਸੀਂ ਉਹਨੂੰ ਜਿਤਾ ਕੇ ਇੱਥੋਂ ਭੇਜ ਗਏ। ਅਗਰ ਫਿਰ ਵੀ ਗੂੰਗੀ ਬੋਲੀ ਸਰਕਾਰ ਹੋ ਕੇ ਇਹ ਕਾਰਪੋਰੇਟ ਘਰਾਣਿਆਂ ਦਾ ਜਾਂ ਬੀਜੇਪੀ ਦੀ ਮੈਂ ਕਹੂੰਗਾ ਵੀ ਬੀ ਟੀਮ ਬਣਨ ਦੀ ਕੋਸ਼ਿਸ਼ ਕਰੂਗੀ ਪਾਰਟੀ,
ਅਗਰ ਜਾਤੀਵਾਦ ਦਾ ਕਾਰਡ ਖੇਡ ਕੇ ਬੀਜੇਪੀ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਜਿੱਤ ਵੱਲ ਨੂੰ ਕਰਦੀ ਹੈ ਪਾਰਟੀ, ਤਾਂ ਮੈਂ ਕਹੂੰਗਾ ਵੀ ਬੀ ਟੀਮ ਹੀ ਹੋਊਗੀ ਉਹਦੀ ਜੀ। ਮੇਰਾ ਇਹ ਨਿੱਜੀ ਵਿਚਾਰ ਹੈ। ਤਾਂ ਫਿਰ ਮਾੜੀ ਗੱਲ ਹੈ ਜੀ। ਫਿਰ ਜੋ ਫੈਸਲਾ ਹੋਊਗਾ ਪਬਲਿਕ ਦਾ, ਜਨਤਾ ਦਾ ਜੋ ਫੈਸਲਾ ਹੋਊਗਾ, ਜਨਤਾ ਜਨਾਰਦਨ ਦਾ ਫੈਸਲਾ ਜੀ, ਉਹੀ ਲਾਜ਼ਮੀ ਹੋਊਗਾ। ਸਾਡੇ ਨਾਲ ਹੋਰ ਸਾਥੀ ਤੇ ਮੌਜੂਦ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ ਤੇ ਕਿੰਨੇ ਸਮੇਂ ਤੋਂ ਤੁਸੀਂ ਜਿਹੜੇ ਸਮਰਬੀਰ ਜੀ ਨਾਲ ਜੁੜੇ ਹੋਏ ਹੋ? ਮੇਰਾ ਨਾਮ ਵਿਨੋਦ ਕੁਮਾਰ ਹੈ ਜੀ। ਮੈਂ 2 ਵਾਰੀ ਪੰਚਾਇਤ ਮੈਂਬਰ ਰਿਹਾ, ਸਰਪੰਚੀ ਦੇ ਇਲੈਕਸ਼ਨ ਲੜੇ ਹੈ ਜੀ। ਮੈਂ ਇਸ ਪਾਰਟੀ ਨੂੰ ਬਿਲਕੁਲ ਨਹੀਂ ਜਾਣਦਾ ਸੀ ਜਿਹੜਾ ਜੀ। ਪਿਛਲੀ ਵਾਰ ਜਦੋਂ ਬਾਈ ਸਮਰਵੀਰ ਜੀ ਨੇ ਪਾਰਟੀ ਦੀ ਗਤੀਵਿਧੀਆਂ ਸਾਨੂੰ ਜਾਣੂ ਕਰਵਾਇਆ, ਤਾਂ ਇਹਨਾਂ ਦੀਆਂ ਗਤੀਵਿਧੀਆਂ ਵੇਖ ਕੇ, ਕੰਮ ਵੇਖ ਕੇ ਸਾਨੂੰ ਲੱਗਿਆ ਵੀ ਪਾਰਟੀ ਚੰਗੀ ਪਾਰਟੀ ਹੈ। ਬਾਈ ਸਮਰਵੀਰ ਨੇ ਸਾਨੂੰ ਪਾਰਟੀ ਨਾਲ ਜੋੜਿਆ। ਅਸੀਂ ਪਹਿਲਾਂ ਬਾਈ ਸਮਰ ਨਾਲ ਸੀ, ਫਿਰ ਪਾਰਟੀ ਨਾਲ ਸੀ, ਕਿਉਂਕਿ ਅਸੀਂ ਪਾਰਟੀ ਨਾਲ ਜੁੜੇ ਨਹੀਂ ਹੋਏ ਸੀ, ਕਿਉਂ ਬਾਈ ਨੇ ਸਾਨੂੰ ਜੋੜਿਆ ਸੀ ਪਾਰਟੀ ਨਾਲ ਜਿਹੜਾ। ਉੱਤੋਂ ਬਾਈ ਦਾ ਵਿਵਹਾਰ ਵੇਖ ਕੇ, ਕੰਮ ਵੇਖ ਕੇ, ਉਹਨਾਂ ਦਾ ਨੇਚਰ ਵੇਖ ਕੇ, ਸੱਚਾ ਸੁੱਚਾ ਬੰਦਾ ਹੈ, ਸਾਨੂੰ ਪਾਰਟੀ ਚੰਗੀ ਲੱਗੀ ਤੇ ਬੰਦਾ ਵੀ ਚੰਗਾ ਲੱਗਿਆ। ਬਾਈ ਨੇ ਸਾਨੂੰ ਪਾਰਟੀ ਨਾਲ ਜਾਣੂ ਕਰਵਾਇਆ, ਪਰ ਪਾਰਟੀ ਹੁਣ ਮੌਕੇ ਤੇ ਆ ਕੇ ਜਿਹੜਾ ਧੋਖਾ ਕੀਤਾ ਹੈ ਬਾਈ ਨਾਲ, ਇਹ ਤੋਂ ਅਸੀਂ ਬਹੁਤ ਦੁਖੀ ਹੈਗੇ ਹਾਂ, ਬਹੁਤ ਜ਼ਿਆਦਾ ਦੁਖੀ ਹੈਗੇ ਹਾਂ ਵੀ ਬਾਈ ਦੀ ਟਿਕਟ ਕੱਟ ਕੇ ਕੋਈ ਬਰਾਦਰੀ ਕਾਰਡ ਖੇਡਿਆ ਹੈ। ਜੇ ਬਰਾਦਰੀ ਕਾਰਡ ਵੇਖਣਾ ਹੋਵੇ ਤਾਂ ਹੋਰ ਵੀ ਬਰਾਦਰੀਆਂ ਰਹਿੰਦੀਆਂ, ਕੱਲੀ ਇੱਕ ਬਰਾਦਰੀ ਦਾ ਵੋਟ ਨਹੀਂ ਹੈਗੀ ਜਿਹੜੀ। ਇਹ ਜਿਹੜੀ ਰਾਜਨੀਤੀ ਹੈ, ਇਹ ਸਾਰੇ ਲੋਕਾਂ ਨੂੰ ਆਪਸੇ ਬਰਾਦਰੀ ਲੈਵਲ ਤੇ ਵੰਡ ਰਹੇ ਹੈ, ਇਹਨਾਂ ਨੂੰ ਲੜਾ ਰਹੇ ਹੈ। ਇਹ ਬਰਾਦਰੀ ਕਾਰਡ ਹੈ ਜਿਹੜਾ, ਇਹ ਬਹੁਤ ਮਾੜਾ ਕਾਰਡ ਹੈ। ਫਾਜ਼ਿਲਕਾ ਹਲਕੇ ਦੇ ਲੋਕ ਕੋਈ ਬਰਾਦਰੀ ਤੇ ਵੋਟ ਨਹੀਂ ਪਾਉਂਦੇ, ਉਹ ਸੱਚੇ ਇਨਸਾਨ ਵੇਖ ਕੇ ਵੋਟ ਪਾਉਂਦੇ ਨੇ। ਬਾਈ ਸਮਰਵੀਰ ਜਿਹੜਾ ਹੈਗਾ, ਉਹ ਇੱਕ ਸੱਚਾ ਸਿੱਧਾ ਇਨਸਾਨ ਹੈਗਾ ਜੀ। ਹਾਂਜੀ, ਬਾਈ ਸਮਰਵੀਰ ਜਿਹੜਾ ਸੱਚਾ ਇਨਸਾਨ ਹੈਗਾ, ਅਸੀਂ ਇਹਦੇ ਮਗਰ ਹੈਗੇ ਹਾਂ। ਬਾਈ ਜਿਵੇਂ ਆਖੇਗਾ ਉਹਦੇ ਮਗਰ ਲੱਗਾਂਗੇ, ਭਾਵੇਂ ਉਹ ਆਜ਼ਾਦ ਲੜੇ, ਭਾਵੇਂ ਉਹ ਜਿੱਥੇ ਮਰਜ਼ੀ ਜਾਵੇ, ਅਸੀਂ ਬਾਈ ਦੇ ਨਾਲ ਖੜੇ ਹਾਂ। ਕੋਈ ਸਾਡੇ ਪਾਰਟੀ ਅਹਿਮੀਅਤ ਨਹੀਂ ਰੱਖਦੀ। ਸਾਡੇ ਵਾਸਤੇ ਸਾਡੇ ਇਲਾਕੇ ਦਾ ਸੱਚਾ ਬੰਦਾ ਅਹਿਮੀਅਤ ਰੱਖਦਾ ਹੈ ਜੀ। ਕਿਹੜੇ ਪਿੰਡ ਤੋਂ? ਪਿੰਡ ਖੂਹੀਖੜਾ ਜੀ। ਤਾਂ ਇਹ ਖੂਹੀਖੜੇ ਦੇ ਵਾਸੀ ਸਨ ਜੋ ਇੱਥੇ ਪਹੁੰਚੇ ਸਨ ਵਰਕਰ ਮੀਟਿੰਗ ਦੇ ਦੌਰਾਨ, ਤੇ ਉਹਨਾਂ ਵੱਲੋਂ ਜਿਹੜਾ ਕੀ ਸਮਰਥਨ ਦਿੱਤਾ ਜਾ ਰਿਹਾ ਹੈ। ਇੱਥੇ ਹੋਰ ਕੁਝ ਸਾਥੀ ਖੜੇ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਚਾਹਣਗੇ। ਵੈਲਕਮ ਜੀ। ਹਾਂਜੀ, ਕੀ ਨਾਮ ਆਪਣਾ ਜੀ? ਕੇਵਲ ਕ੍ਰਿਸ਼ਨ ਜੀ। ਜੀ, ਕੀ ਕਹਿਣਾ ਚਾਹੋਗੇ? ਅੱਜ ਜਿਹੜੀ ਵਰਕਰ ਮੀਟਿੰਗ ਰੱਖੀ ਗਈ ਹੈ, ਕੱਲ ਟਿਕਟ ਹੈ ਜਿਹੜੀ ਕਿ ਐਲਾਨੀ ਗਈ ਹੈ। ਕਹਿਣਾ ਇਹ ਹੀ ਚਾਹੁੰਦੇ ਹਾਂ ਕਿ ਸਮਰਬੀਰ ਨਾਲ ਧੋਖਾ ਹੋਇਆ। ਜਿੰਨੇ ਵਰਕਰ ਸੀ ਆਪ ਪਾਰਟੀ ਦੇ, ਉਹਨਾਂ ਨਾਲ ਧੋਖਾ ਹੋਇਆ। ਸਾਨੂੰ ਪਿਛਲੇ 6 ਸਾਲਾਂ ਦਾ ਲਾਰੇ ਲਾ ਲਾ ਕੇ ਕਿ ਸਮਰਬੀਰ ਤੁਹਾਡਾ ਲੀਡਰ ਹੈ, ਤੇ ਲੱਤ ਖਿੱਚੀ ਗਈ ਹੈ, ਤੇ ਸਾਨੂੰ ਬਾਂਹ ਸਾਡੀ ਦੂਜੇ ਹੋ ਕੇ ਫੜਾ ਦਿੱਤੀ ਗਈ। ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ। ਜੇ ਕੋਈ ਸਾਡੀ ਪਾਰਟੀ ਦਾ ਮੈਂਬਰ ਬਣ ਕੇ ਕੰਮ ਕਰਦਾ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਇਹੋ ਜਿਹਾ ਬੰਦਾ, ਸੁਲਝਿਆ ਬੰਦਾ, 6 ਸਾਲ ਜਿੰਨੇ 7 ਸਾਲ ਮਿਹਨਤ ਕੀਤੀ ਹੈ, ਉਹਨੂੰ ਪਿੱਛੇ ਕਰਕੇ ਦੂਸਰੇ ਬੰਦੇ ਨੂੰ ਅੱਗੇ ਲਿਆਇਆ ਜਾਏ, ਉਹਦਾ ਕੋਈ ਕਾਰਨ ਤੇ ਹੋਣਾ ਚਾਹੀਦਾ, ਕੋਈ ਇਹਨਾਂ ਦਾ ਕਸੂਰ ਤੇ ਹੋਣਾ ਚਾਹੀਦਾ। ਜਦੋਂ ਪਾਰਟੀ ਨੇ ਖੁਦ ਹੀ ਇਹਨਾਂ ਨੂੰ ਕਿਹਾ ਕਿ ਤੁਸੀਂ ਅੱਗੇ ਲੱਗੋ ਤੇ ਪਾਰਟੀ ਤੁਹਾਡੇ ਹਵਾਲੇ ਵੇ, ਤੇ ਫਿਰ ਪਿੱਛੋਂ ਲੱਤ ਖਿੱਚਣ ਦਾ ਕੀ ਮਤਲਬ ਹੈ? ਇਸ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਸ਼ਹਿਰ ਵਾਸੀਆਂ ਨੂੰ ਮੈਸੇਜ ਇਹ ਦੇਣਾ ਚਾਹਾਂਗੇ, ਸੱਚ ਦਾ ਸਾਥ ਦਿਓ। ਸ਼ਹਿਰ ਵਾਸੀਆਂ ਨੂੰ ਵੀ ਪਤਾ ਹੈ ਕਿ ਸਮਰਬੀਰ ਪਿਛਲੇ 7 ਸਾਲ ਦਾ 6 ਸਾਲ ਦਾ ਕੰਮ ਕਰ ਰਿਹਾ, ਔਰ ਉਹ ਮੈਦਾਨ ਦੇ ਵਿੱਚ ਹੈ, ਔਰ ਉਹਦੇ ਤੇ ਕਿਸੇ ਕਿਸਮ ਦੀ ਕੋਈ ਉਂਗਲ ਨਹੀਂ ਹੈਗੀ। ਅਸੀਂ ਇਹ ਚਾਹਾਂਗੇ ਕਿ ਸ਼ਹਿਰ ਵਾਸੀ ਵੀ ਇਹਦਾ ਪਾਰਟੀ ਦੇ ਵਰਕਰ ਤੇ ਕਰਨਗੇ ਹੀ ਕਰਨਗੇ। ਸ਼ਹਿਰ ਵਾਸੀ ਵੀ ਇਸ ਗੱਲ ਦਾ ਪੂਰਾ ਸਹਿਯੋਗ ਕਰਨ, ਸਾਥ ਦੇ। ਜੇ ਗੱਲ ਕੀਤੀ ਜਾਵੇ ਸਮਰਬੀਰ ਜੀ ਜੋ ਕਿ 8 ਸਾਲਾਂ ਤੋਂ ਪਾਰਟੀ ਦੇ ਵਿੱਚ ਬਣੇ ਹੋਏ ਹਾਂਜੀ, ਸਨ, ਬਿਲਕੁਲ ਹੈਗੇ ਨੇ। ਤੇ ਅਜਿਹਾ ਕੀ ਹੋਇਆ? ਕੀ ਕਾਰਨ ਕੀ ਜਾਪਦਾ ਤੁਹਾਨੂੰ? ਅੰਦਰੋਂ ਅੰਦਰਲੀ ਗੱਲ ਕੋਈ ਤੁਹਾਨੂੰ ਪੱਪਦੀ ਹੈ? ਅੰਦਰੀ ਗੱਲ ਤੇ ਇਹ ਹੈ ਜੀ ਕਿ ਜਾਂ ਤੇ ਫਿਰ ਕਿਸੇ ਨੇ ਬੋਲੀ ਲਾਈ ਹੈ, ਬੜੀ ਸਿੱਧੀ ਜੀ ਗੱਲ ਹੈ, ਤੇ ਜਾਂ ਇਹਦਾ ਸੌਦਾ ਹੋਇਆ ਇਸ ਗੱਲ ਦਾ। ਇਹ ਪਾਰਟੀ ਸਾਨੂੰ ਦੱਸੇ ਕਿ ਉਹਨਾਂ ਸਾਡੇ ਕੋਲੋਂ ਟਿਕਟ, ਸਮਰਬੀਰ ਕੋਲੋਂ ਟਿਕਟ ਕਿਉਂ ਖੋਈ ਹੈ ਤੇ ਦੂਜੀ ਨੂੰ ਕੀ ਦਿੱਤੀ ਹੈ। ਉਹਦਾ ਐਸੇ ਸਮਰਬੀਰ ਨਾਲੋਂ ਗੁਣ ਜ਼ਿਆਦਾ ਕੀ ਹੈਗੇ ਜੀ। ਬੜਾ ਸਿੱਧਾ ਜਿਹਾ ਗੱਲ। ਤਾਂ ਅਸੀਂ ਹੋਰ ਸਾਥੀ ਨੇ, ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ। ਥੋੜਾ ਜਿਹਾ ਜੋ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ ਤੇ ਮੇਰਾ ਕੀ ਨਾਮ ਕਹਿਣਾ? ਪ੍ਰਿਤਪਾਲ ਸਿੰਘ ਜੀ। ਅਸੀਂ ਪਿਛਲੇ 8 ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਜੀ। 2019 ਦੇ ਵਿੱਚ ਵੀ ਅਸੀਂ ਵਰਕਰ ਜੋੜੋ ਮੁਹਿੰਮ ਚਲਾਈ, ਫਾਜ਼ਿਲਕਾ ਸ਼ਹਿਰ ਦੇ ਵਿੱਚ ਵੀ ਵਰਕਰਾਂ ਨੂੰ ਜੋੜਿਆ। ਫਿਰ ਆ ਜਿਹੜੀ ਬਿਜਲੀ ਵਾਲੀ ਗਰੰਟੀ ਆਈ, ਮੈਂ ਤਕਰੀਬਨ ਆਪਦੇ ਏਰੀਏ ਦੇ ਵਿੱਚ 500 ਤੋਂ ਵੱਧ ਲੋਕਾਂ ਨੂੰ ਜੋੜਿਆ। ਅਸੀਂ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਜੋੜਿਆ ਨਹੀਂ, ਲੋਕਾਂ ਨੂੰ ਸਮਝਾਇਆ ਵੀ ਇਹ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ। ਅਤੇ ਸਮਰਬੀਰ ਜੀ ਸਾਡੇ ਇੱਕ ਨੇਕ ਦਿਲ ਇਨਸਾਨ ਨੇ, ਰਹਿਣੀ ਬਹਿਣੀ ਕਹਿਣੀ ਸਹਿਣੀ, ਉਹਨਾਂ ਦੇ ਵਿੱਚ ਚਾਰੇ ਹੀ ਜਿਨ੍ਹਾਂ ਦੇ ਗੁਣ ਹਨ, ਜਿਨ੍ਹਾਂ ਨੂੰ ਵੇਖ ਕੇ ਅਸੀਂ ਉਹਨਾਂ ਦੇ ਨਾਲ ਜੁੜੇ ਹਾਂ। ਅਸੀਂ ਮਿਹਨਤ ਕਰ ਰਹੇ ਹਾਂ। ਮੈਂ ਪਾਰਟੀ ਨੂੰ ਰਿਕੁਐਸਟ ਕਰਾਂਗਾ ਕਿ ਫਾਜ਼ਿਲਕਾ ਦੀ ਟਿਕਟ ਬਾਰੇ ਦੁਬਾਰਾ ਸੋਚਿਆ ਜਾਵੇ ਅਤੇ ਸਰਦਾਰ ਸਮਰਬੀਰ ਸਿੰਘ ਜੀ ਨੂੰ ਆਮ ਆਦਮੀ ਪਾਰਟੀ ਦੀ ਸੀਟ ਦਾ ਮੌਕਾ ਦਿੱਤਾ ਜਾਵੇ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨਾਲ ਜੁੜੇ ਨੂੰ?
ਮੈਂ ਤਕਰੀਬਨ ਪਿਛਲੇ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਇਹਨਾਂ ਦੇ ਨਾਲ ਜੁੜਿਆ ਸੀ। ਫਿਰ ਅਸੀਂ 2019 ਦੇ ਵਿੱਚੋਂ 1 ਸਾਲ ਅਸੀਂ ਰੁਕੇ ਹਾਂ। ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਮੈਂ ਆਪਦਾ ਕੰਮਕਾਰ ਸ਼ੁਰੂ ਕੀਤਾ ਸੀ। ਕੰਮਕਾਰ ਬੰਦ ਕਰਕੇ ਅਸੀਂ ਸੋਚਿਆ ਕਿ ਪਹਿਲਾਂ ਅਸੀਂ ਦੇਸ਼ ਬਦਲਣਾ ਹੈ। ਜਦੋਂ ਦੇਸ਼ ਬਦਲ ਗਿਆ ਕੰਮਕਾਰ ਵੀ ਚੱਲ ਜਾਣਗੇ, ਸਭ ਕੁਝ ਸੈੱਟ ਹੋ ਜਾਵੇਗਾ। ਅਸੀਂ ਆਪਦਾ ਕੰਮਕਾਰ 2019 ਦੇ ਵਿੱਚ ਕਰੋਨਾ ਤੋਂ ਬਾਅਦ ਮੈਂ ਦੁਬਾਰਾ ਸ਼ੁਰੂ ਨਹੀਂ ਕੀਤਾ। ਅਸੀਂ ਇਹਨਾਂ ਦੇ ਨਾਲ ਹੀ ਪਿੰਡ ਦੇ ਵਿੱਚ ਜਾ ਕੇ ਬੱਚੇ ਨੂੰ ਪਾਰਟੀ ਦੇ ਨਾਲ ਜੋੜਿਆ ਹੈ, ਕੰਮ ਕੀਤਾ ਹੈ ਤੇ ਪਾਰਟੀ ਨੂੰ ਇਸ ਗੱਲ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ ਜੀ। ਵਰਕਰ ਮੀਟਿੰਗ ਦੇ ਦੌਰਾਨ ਜੋ ਵੀ ਫੈਸਲਾ ਹੋਏਗਾ ਉਹ ਤਾਂ ਲਿਆ ਜਾਏਗਾ, ਪਰ ਤੁਹਾਡਾ ਨਿੱਜੀ ਕੀ ਵਿਚਾਰ ਹੈ? ਨਿੱਜੀ ਜਿੱਦਾਂ ਵੀ ਸਾਰੇ ਸਾਡੇ ਸਾਥੀ ਭਰਾ ਨੇ ਜੋ ਵਿਚਾਰ ਲੈਣਗੇ ਅਸੀਂ ਸਾਰੇ ਰਲ ਮਿਲ ਕੇ ਹੀ ਚੱਲਾਂਗੇ। ਜੋ ਸਮਰਵੀਰ ਜੀ ਦਾ ਅਤੇ ਸਾਡੇ ਸਾਰੇ ਵਰਕਰਾਂ ਦਾ ਫੈਸਲਾ ਹੋਵੇਗਾ, ਅਸੀਂ ਸਾਰੇ ਰਲ ਕੇ ਇੱਕੋ ਮੁੱਠ ਹੀ ਹੋ ਕੇ ਚੱਲਾਂਗੇ, ਜਿਵੇਂ ਵੀ ਫੈਸਲਾ ਹੋਵੇਗਾ। ਤਾਂ ਸਾਡੇ ਨਾਲ ਹੋਰ ਸਾਥੀ ਹੈਗੇ ਨੇ। ਹਾਂਜੀ, ਕੀ ਨਾਮ ਆਪਣਾ? ਜਗੀਰ ਸਿੰਘ ਜੀ। ਕਿੱਥੋਂ ਜੀ? ਹਾਂਜੀ, ਪੰਜਾਬ ਪੱਲੇਦਾਰ ਯੂਨੀਅਨ ਦਾ ਪ੍ਰਧਾਨ ਦਾ ਜੀ, ਫਾਜ਼ਿਲਕਾ ਦਾ ਜੀ। ਪੱਲੇਦਾਰੀ ਕਰਨੇ ਜੀ ਅਸੀਂ 35-40 ਸਾਲ ਦੀ ਜੀ। ਅਸੀਂ ਇਹ ਇਹਨਾਂ ਦੀ ਜਿਹੜੀ ਪਾਰਟੀ ਦੀ ਸੋਚ ਹੈਗੀ ਨੇ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਨੀ, ਉਹਨੂੰ ਸੋਚ ਵੇਖ ਕੇ ਅਸੀਂ ਇਹਦਾ ਮਤਲਬ ਇਹਦਾ ਲੱਗੇ ਹਾਂ ਜੀ। ਸਾਡੇ ਨਾਲ ਵੀ ਭ੍ਰਿਸ਼ਟਾਚਾਰ ਸੋਸ਼ਲ ਸਾਡਾ, ਅਸੀਂ ਮਜ਼ਦੂਰ ਬੰਦੇ ਆ, ਇੰਨਾ ਸੋਸ਼ਲ ਮਤਲਬ ਹੋ ਰਿਹਾ ਨਾ ਮਜ਼ਦੂਰਾਂ ਨਾਲ, ਪੰਜਾਬ ਦੇ ਮਜ਼ਦੂਰਾਂ ਨਾਲ ਜੀ, ਜਿਹੜਾ ਇਹ ਸਰਕਾਰਾਂ ਕਰਦੀਆਂ ਨੇ। ਕੱਲਾ ਐਮਐਲ ਦਾ ਇਹ ਟੈਂਡਰ ਪਾਉਂਦੇ ਜੀ, ਅੱਜ ਠੇਕੇਦਾਰੀ ਸਿਸਟਮ ਪ੍ਰਣਾਲੀ ਠੇਕੇਦਾਰੀ ਜੀ, ਅਰਬਾਂ ਰੁਪਈਆਂ ਦਾ ਘਪਲਾ ਕਰਦੇ ਨੇ ਜੀ। ਆ ਜਿਹੜਾ ਹੁਣ ਅੱਜ ਤੱਕ ਜਿਹੜਾ ਫੂਡ ਮਿਨਿਸਟਰ ਹੈਗਾ ਜੀ, ਇਹਦੇ ਐਡਾ ਘਪਲਾ ਹੈਗਾ ਜੀ। ਕਹਿੰਦਾ ਜੇ ਲੇਬਰਾਂ ਸਿੱਧਾ ਕੰਮ ਕਰਦੀਆਂ ਨੇ, ਸਾਡੀ ਡਿਮਾਂਡ ਹੈ ਸਾਨੂੰ ਸਿੱਧਾ ਕੰਮ ਦਿਓ, ਥੋੜੇ ਪੈਸੇ ਦਿਓ, ਸਿੱਧਾ ਦਿਓ, ਵਿੱਚੋਂ ਵਿਚੋਲਾ ਕੱਢੋ। ਉਹਦੀ ਹੈ ਉਹ ਅਰਬਾਂ ਰੁਪਈਏ ਦਾ ਪਰਚਾ ਮਹਿਕਮੇ ਨਾਲ ਮਿਲ ਕੇ ਘਪਲਾ ਕਰਦੇ ਨੇ। ਉਹਦੇ 'ਚ ਤੁਸੀਂ ਲੇਬਰਾਂ ਕਰੋ ਤਾਂ ਫਰੀ ਤੇ ਕਰੋ, ਬੇਸ ਰੇਟ ਤੇ ਕਰੋ। ਜੇ ਠੇਕੇਦਾਰਾਂ ਨੂੰ ਉਹਨਾਂ ਨੂੰ 6 ਰੁਪਏ ਪ੍ਰਤੀ ਘੱਟਾ ਦਿੰਦੇ ਨੇ ਜੀ, ਅਰਬਾਂ ਰੁਪਈਏ ਦਾ ਘਪਲਾ ਕਰਦੇ ਨੇ ਜੀ। ਇਹ ਮਿਨਿਸਟਰ ਦਾ ਕੁੱਲ ਐਮਐਲ ਜੀ ਇਹਨਾਂ ਦਾ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਦਾ ਅੱਗਾ ਜੀ। ਅੱਗੇ ਅਕਾਲੀਆਂ ਨੇ ਵੀ ਇਵੇਂ ਕੀਤਾ ਜੀ, ਹੁਣ ਇਹ ਵੀ ਇਵੇਂ ਕਰ ਰਹੇ ਜੀ ਵੀ ਇਹ ਜਿਹੜਾ ਮਤਲਬ ਫੂਡ ਦੇ ਵਿੱਚ ਘਪਲਾ ਕਰਦੇ ਨੇ ਤੇ ਲੇਬਰ ਦਾ ਸ਼ੋਸ਼ਣ ਮਤਲਬ ਹੁੰਦਾ ਜੀ। ਤੁਹਾਡੇ ਸਿੱਧੇ ਤੌਰ ਤੇ ਬਾਈ ਸਮਰਵੀਰ ਨੂੰ ਹੀ ਸਾਥ ਹੈ? ਹਾਂਜੀ, ਇਹਨਾਂ ਦੀ ਸੱਚਾਈ ਤੇ ਬਿਲਕੁਲ ਸਿੱਧੇ ਤੌਰ ਤੇ ਹੈਗਾ ਸਾਥ ਹੈ ਜੀ। ਇਹਨਾਂ ਦੀ ਸੱਚਾਈ ਹੈ ਜੀ। ਇਹਨਾਂ ਦੇ ਜਿਹੜੀ ਆ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਪਾਰਟੀ ਲੱਗੀ, ਉਸ ਵਾਸਤੇ ਅਸੀਂ ਲੱਗੇ ਹਾਂ ਤੇ ਇਹ ਵੀ ਅਸੀਂ ਪੜਚੋਲ ਕੀਤੀ ਇਹਨਾਂ ਦੀ। ਇਹ ਬਿਲਕੁਲ ਸੱਚੇ ਸੁੱਚੇ ਇਨਸਾਨ ਹੈਗੇ ਨੇ, ਕਿਸੇ ਨਾਲ ਕੋਈ ਧੱਕਾ, ਇਨਸਾਫ ਦਿਵਾਉਣ ਵਾਲੇ ਬੰਦੇ ਹੈਗੇ ਨੇ ਤੇ ਸਾਰਾ ਸ਼ਹਿਰ ਇਹ ਤੇ ਨਾਲ ਅਸੀਂ ਵੀ ਤਨ ਦਿਲੋਂ ਦਾਨ ਨਾਲ ਮੇਰੀ ਦਿਹਾੜੀ 10 ਰੁਪਏ ਪਏ ਤਾਂ 10 ਰੁਪਏ ਵੀ ਇੱਥੇ ਲਾਉਣ ਨੂੰ ਤਿਆਰ ਹਾਂ ਜੀ। ਜੀ, ਤਾਂ ਸਾਡੇ ਨਾਲ ਹੋਰ ਸਾਥੀ ਹੈਗੇ ਨੇ ਜੋ ਇੱਥੇ ਪਹੁੰਚੇ ਨੇ। ਹਾਂਜੀ, ਕਿੱਥੋਂ ਪਹੁੰਚੇ ਤੁਸੀਂ? ਪਿੰਡ ਲਾਧੂਕਾ ਤੋਂ ਵਿਪਨ ਧੋੜ ਜੀ। ਜੀ, ਕੀ ਕਹਿਣਾ ਚਾਹੋਗੇ ਤੁਸੀਂ ਟਿਕਟ ਨੂੰ ਲੈ ਕੇ ਜੋ ਵਰਕਰਾਂ ਦੇ ਵਿੱਚ ਅੱਜ ਮੀਟਿੰਗ ਵੀ ਰੱਖੀ ਜਾ ਰਹੀ ਹੈ, ਰੋਸ ਵੀ ਕੀਤਾ ਜਾ ਰਿਹਾ ਹੈ? ਜੋ ਕਿ ਅੱਜ ਵਰਕਰਾਂ ਦੇ ਵਿੱਚ ਬਹੁਤ ਹੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ, ਜੋ ਕਿ ਬਾਈ ਸਮਰਵੀਰ ਸਿੱਧੂ ਪਿਛਲੇ 2017 ਤੋਂ ਲੈ ਕੇ ਹੁਣ ਤੱਕ ਅਣ ਤੱਕ ਮਿਹਨਤ ਕੀਤੀ, ਪਿੰਡ ਜਾ ਕੇ, ਸ਼ਹਿਰ ਜਾ ਕੇ, ਹਰ ਘਰ ਤੱਕ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ। ਤਾਂ ਅੱਜ ਵੇਖੋ ਪਾਰਟੀ ਨੇ ਉਹਦੇ ਨਾਲ ਬਹੁਤ ਵੱਡਾ ਧੋਖਾ ਕੀਤਾ। ਬਾਹਰ ਤੋਂ ਅਕਾਲੀ ਕਾਂਗਰਸੀਆਂ ਨੂੰ ਟਿਕਟਾਂ ਦੇਈ ਜਾ ਰਹੇ ਨੇ, ਜੋ ਕਹਿੰਦੇ ਨੇ ਅਸੀਂ ਆਮ ਵਰਕਰਾਂ ਤੋਂ ਪੁੱਛ ਕੇ ਟਿਕਟਾਂ ਦੇਵਾਂਗੇ। ਅੱਜ ਉਹ ਕਿੱਥੇ ਨੇ? ਆਹ ਵਰਕਰ ਫਿਰਦੇ ਨੇ, ਸਾਰੇ ਪਿੰਡਾਂ ਤੋਂ ਆਏ ਨੇ, ਹਰੇਕ ਜਾਤੀ ਪਾਤੀ ਦਾ ਹੈ, ਬਰਾਦਰੀ ਦੇ ਨਾਂ ਤੇ ਕੋਈ ਵੋਟ ਸੀਟ ਨਹੀਂ ਜਿੱਤਦੀ। ਜਿਹੜਾ ਬੰਦਾ ਹੱਕਦਾਰ ਹੈ, ਜਿਹੜਾ ਬੰਦੇ ਨੇ ਮਿਹਨਤ ਕੀਤੀ ਹੈ, ਜਦੋਂ ਮਿਹਨਤ ਕੀਤੀ ਹੈ, ਫਸਲ ਪੱਕ ਗਈ ਹੈ, ਜਦੋਂ ਕੱਟਣ ਦਾ ਟਾਈਮ ਆਇਆ ਹੋਰ ਕਿਸੇ ਨੂੰ ਟਿਕਟ ਦੇ ਦਿੱਤੀ। ਇਹ ਪਾਰਟੀ ਵਾਸਤੇ ਸਰਾਸਰ ਗਲਤ ਹੈ। ਅਸੀਂ ਬਾਈ ਸਮਰਵੀਰ ਦੇ ਨਾਲ ਹਾਂ, ਜਿਸ ਤਰ੍ਹਾਂ ਵੀ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਡਟ ਕੇ ਖੜੇ ਹਾਂ। ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਨੌਜਵਾਨਾਂ ਨੂੰ ਮੈਂ ਮੈਸੇਜ ਇਹੀ ਦੇਣਾ ਚਾਹਾਂਗੇ ਜੋ ਕਿ ਸੱਚ ਦਾ ਸਾਥ ਦਿਓ, ਕਿਉਂਕਿ ਆਪਾਂ ਬਾਕੀ ਪਾਰਟੀਆਂ ਨੂੰ ਵੇਖਿਆ ਹੈ, ਅਕਾਲੀਆਂ ਅਤੇ ਕਾਂਗਰਸੀਆਂ ਨੂੰ, ਉਹਨਾਂ ਪਾਰਟੀਆਂ ਦੇ ਰਸਤੇ ਤੇ ਇਹੀ ਪਾਰਟੀ ਚੱਲ ਰਹੀ ਹੈ। ਕੇਜਰੀਵਾਲ ਕਹਿੰਦਾ ਵੀ ਅਸੀਂ ਨਵੀਂ ਦਿਸ਼ਾ ਦੇਵਾਂਗੇ। ਕਿਹੜੀ ਨਵੀਂ ਦਿਸ਼ਾ ਹੈ? ਵਰਕਰਾਂ ਨੂੰ ਪੁੱਛਿਆ ਤੱਕ ਨਹੀਂ, ਐਵੇਂ ਟਿਕਟਾਂ ਵੰਡੀ ਜਾ ਰਹੇ ਨੇ। ਬੱਲੋਵਾਨ ਦੀ ਲਾ ਲਓ ਤੁਸੀਂ, ਆਹ ਬੋਰ ਦੀ ਲਾ ਲਿਓ, ਜਲਾਲਾਬਾਦ ਦੀ ਲਾ ਲਿਓ, ਆਹ ਫਾਜ਼ਿਲਕਾ ਦੀ ਤੁਸੀਂ ਲਾ ਲਿਓ, ਕਿਉਂਕਿ ਜਦੋਂ ਮਿਹਨਤ ਕੀਤੀ ਹੈ, ਮਿਹਨਤ ਦਾ ਆਪਾਂ ਨੂੰ ਫਲ ਮਿਲਣਾ ਹੈ। ਉਸ ਸਮੇਂ ਬਾਹਰੀ ਬੰਦੇ ਨੂੰ ਆ ਕੇ ਟਿਕਟਾਂ ਦੇਈ ਜਾ ਰਹੇ ਨੇ, ਕਿਉਂਕਿ ਅਸੀਂ ਸਮਰਵੀਰ ਦੇ ਨਾਲ ਹਾਂ। ਪਾਰਟੀ ਨੂੰ ਇਹ ਗਲਤ ਫੈਸਲਾ ਜਲਦੀ ਤੋਂ ਜਲਦੀ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਵੱਡਾ ਇਕੱਠ ਕਰਾਂਗੇ। ਅਸੀਂ ਭਾਵੇਂ ਆਜ਼ਾਦ ਖੜਨਾ ਪਵੇ, ਅਸੀਂ ਸਮਰਵੀਰ ਦੇ ਨਾਲ ਹਾਂ, ਸਮਰਵੀਰ ਦੇ ਨਾਲ ਰਹਾਂਗੇ। ਤਾਂ ਦੋਸਤੋ, ਹੁਣ ਸਮਾਂ ਹੋ ਗਿਆ ਵੀ ਇਹਨਾਂ ਦੀ ਜਿਹੜੀ ਵਰਕਰ ਮੀਟਿੰਗ ਵੀ ਸ਼ੁਰੂ ਹੋਣ ਜਾ ਰਹੀ ਹੈ। ਇਹ
ਜੋ ਇਹਨਾਂ ਦੇ ਸਮਰਥਕਾਂ ਵੱਲੋਂ ਜਾਂ ਵਰਕਰ ਜਿਹੜੇ ਇੱਥੇ ਪਹੁੰਚੇ ਸਨ ਉਹਨਾਂ ਦੀ ਆਪਣੀ ਆਪਣੀ ਪ੍ਰਤੀਕਿਰਿਆ ਸਨ ਜੋ ਇਹਨਾਂ ਨੇ ਆਪਣੇ ਅੱਗੇ ਸਪਸ਼ਟ ਕੀਤੀਆਂ ਨੇ। ਤਾਂ ਇਸੇ ਤਰ੍ਹਾਂ ਮੈਂ ਤੁਹਾਨੂੰ ਆਰਬੀ ਲਾਈਵ ਮੀਡੀਆ ਤੇ ਹਰ ਨਵੀਂ ਅਪਡੇਟ ਦਿਖਾਉਂਦੇ ਰਵਾਂਗੇ। ਧੰਨਵਾਦ ਤੁਹਾਡਾ।